वाहेगुरु जी का खालसा वाहेगुरु जी की फतेह। पतत पावन भगत वत्सल करना निदान, शब्द सतगुरु श्री गुरु ग्रंथ साहिब जियां दी निकी गोद का आनंद माण रही समग्र साध संगत जीओ, हर रोज की तरह अज भी सतगुरां की कृपा द्वारा संगत दीयां घड़ियां दे विच जुड़ के बैठण का सुभाग प्राप्त होया है। आओ इस समय नूं सफला बनाइए। गुर इतिहास के पावन प्रसंगां दे विचों आप जी ने सरवण कीता सी। सतगुरु गुरु नानक साहिब सच्चे पातशाह जी के पास बैठ करके वैद हरदास जदों उन्हां दी नब्ज पछाणदे तीन चीज़ों का जिक्र करते ने, पित्त कफ अते वाए। कहने लगे पुत्र दवाई नूं परहेज दा नहीं ते भोजन खाई, तेरा भी रोग कटिया जाना है। गुरु नानक साहब सच्चे पातशाह हाथ फड़ के आखन लगे, वैद जी मैनू तन का रोग नहीं लगा, रोग ते मन का लग्या होया है। सुभावक रसना तो सलोक महला पहला गुरु नानक साहब महाराज बोले, वैद बुलाया वैद की पकड़ ढोले बाहां, भोला वैद ना जानाई करक कलेजे वाहे। इन्हां अमृत बचनां दे नाल सतगुरां ने आखिया, वैद जी की लभदे हो? नब्जां नूं फड़ के की हो जाना है? दुख ते दिल दे विच, दर्द ते मन दे विच है, तन नूं रोग कोई नहीं। फिर अगले बचन गुरु अंगद दे पातशाह नाल अंगद करदे, वैदा वैद सुवैद पहला रोग पछाण। तू वैद सियाणा तां है जे पहला मेरा रोग पछाणे ते फिर दवाई लिखे। इन्हां अमृत बचनां नूं आप जी ने बड़े ही विस्तार सहित कल दे दीवाना च सरवण कीता सी। आओ कुछ समा मन चित व्यक्तियां नूं एकाग्र चित बनाइए, पाओ प्रेम दी सांझ, बख्शो आसीस गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। अपना आप को हीरो अमी करहु अवर को कैश अनामी। गुरु नानक साहब सच्चे पातशाह वैद हरदास जी दे ताई आखन लगे, वैद जी मैनू अंदर दा रोग लगा है। कहते पुत अंदर दा रोग किहड़ा है? मरीज कोई भी होवे, वैद हकीम डॉक्टर नूं पहला दसना पैंदा मेरे दर्द कित्थे है। बाकी कुछ ओदी विद्या हुंदी है, कुछ ओदे अंदाजे ने ते कुछ तजर्बे। सतगुर कहते कालजे दे विच मन दिल हिरदा, कहते रोग किहड़ा है? सतगुर कहते हौवे का। समझाउण वास्ते उपदेश देण वास्ते सतगुर ये वचन आख रहे ने, गुरु ते उच्चे ने ना चीज़ां।
ਇਹ ਰੋਗ ਲੱਗਿਆ ਕਦੋਂ ਦਾ ਪੁੱਤ? ਮਰਦ ਕਹਿੰਦੇ ਬਚਪਨ ਤੋਂ ਲੱਗਿਆ। ਹਉਮੈ ਦਾ ਰੋਗ ਮਨੁੱਖ ਨੂੰ ਲਿਆ, ਨਾ ਚਿੜੀਆਂ ਦੇ ਕੋਲ ਹੈ, ਨਾ ਪੰਛੀਆਂ ਪਰਿੰਦਿਆਂ ਦੇ ਕੋਲੇ ਹੈ, ਨਾ ਜੀਵਾਂ ਕੋਲੇ, ਨਾ ਜੰਤੂਆਂ ਕੋਲੇ, ਨਾ ਪਸ਼ੂਆਂ ਕੋਲੇ। ਹਉਮੈ ਕੇਵਲ ਇੱਕ ਮਨੁੱਖਾ ਸਰੀਰ ਦੇ ਵਿੱਚ, ਇਹਦੇ ਦਿਲ ਵਿੱਚ ਹੈ। ਸਤਿਗੁਰ ਕਹਿੰਦੇ ਇਹ ਰੋਗ ਸਾਨੂੰ ਬੜਾ ਪਹਿਲਾਂ ਦਾ ਲੱਗਾ ਹੋਇਆ ਹੈ। ਵੈਦ ਜੀ, ਸ੍ਰਿਸ਼ਟੀ ਦੀ ਹੋਂਦ ਜਿਸ ਵੇਲੇ ਚੱਲੀ, ਉਸ ਤੋਂ ਬਾਅਦ ਮਨੁੱਖ ਦੀ ਹੋਂਦ ਨਾਲ ਹਉਮੈ ਚੱਲਦੀ ਆਈ ਹੈ। ਹਉ ਵਿੱਚ ਜੰਮਿਆ, ਹਉ ਵਿੱਚ ਮੂਆ। ਮਨੁੱਖ ਜੰਮਦਾ ਹੀ ਹਉਮੈ ਚ ਤੇ ਮਰਦਾ ਵੀ ਹਉਮੈ ਚ। ਪਰ ਇਸ ਹਉਮੈ ਦੀ ਅਵਸਥਾ ਦੇ ਵਿੱਚ ਰੱਬ ਦੇ ਪਿਆਰੇ ਨਹੀਂ ਆਉਂਦੇ, ਉਹ ਅਲੱਗ ਨੇ। ਇਹ ਦੁਨੀਆ ਦੀ ਰੀਤ ਹੈ। ਮਰਦ ਕਹਿੰਦੇ ਪਹਿਲਾਂ ਮੇਰਾ ਰੋਗ ਪਛਾਣ ਲੈ, ਫੇਰ ਦਵਾਈ ਲਈ। ਐਵੇਂ ਤਕਾਜੇ ਨਾ ਲਾਈ। ਵੈਦਾ ਦਵਾਈ ਮੈਨੂੰ ਸਰੀਰ ਦੀ ਦੇ ਜਾਵੇ ਤੇ ਮਨ ਦਾ ਰੋਗ ਮੇਰਾ ਹਟੇ ਹੀ ਨਾ, ਫਿਰ ਤੂੰ ਸਿਆਣਾ ਵੈਦ ਨਹੀਂ ਹੋ ਸਕਦਾ। ਮੇਰੇ ਕਾਲਜੇ ਨੂੰ, ਮੇਰੇ ਮਨ ਨੂੰ, ਮੇਰੇ ਹਿਰਦੇ ਨੂੰ ਹਉਮੈ ਲੱਗੀ ਹੈ। ਇਸ ਹਉਮੈ ਦੀ ਦਵਾਈ ਕਿਸੇ ਮੈਡੀਕਲ ਸਟੋਰ ਤੋਂ, ਕਿਸੇ ਹਸਪੀਟਲ ਤੋਂ ਨਹੀਂ ਮਿਲਦੀ। ਨਾ ਹੀ ਕੋਈ ਵੈਦ ਦੇ ਸਕਦਾ ਹੈ, ਨਾ ਹੀ ਕੋਈ ਡਾਕਟਰ। ਸਤਿਗੁਰਾਂ ਸਪਸ਼ਟ ਲਿਖਿਆ ਹੈ, ਹਉਮੈ ਦੀਰਘ ਰੋਗ ਹੈ। ਦੀਰਘ ਨਾਮ ਬਾਣੀ ਦੇ ਵਿੱਚ ਵੱਡੇ ਗਏ। ਕਹਿੰਦੇ ਹਉਮੈ ਸਾਰਿਆਂ ਤੋਂ ਵੱਡਾ ਰੋਗ ਹੈ। ਇਹਦੀ ਦਵਾਈ ਦੁਨੀਆ ਦੇ ਕੋਲੇ ਨਹੀਂ। ਦਾਰੂ ਪੀ ਕੇ ਸਮਾਹੇ, ਇਹਦੇ ਵਿੱਚ ਦਾਰੂ ਦਵਾਈ ਹੈ। ਕਿਹੜੀ ਹੈ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਕਹਿੰਦੇ ਸ਼ਬਦ ਕਮਾਉਣਾ ਪੈਣਾ ਹੈ। ਸ਼ਬਦ ਕਦੋਂ ਕਮਾਏਗਾ? ਪਹਿਲਾਂ ਗੁਰੂ ਦੀ ਕਿਰਪਾ ਲੱਭਣੀ ਪੈਣੀ। ਕਿਰਪਾ ਤੋਂ ਬਿਨਾਂ ਬਾਣੀ ਪੜ੍ਹ ਸਕਦਾ ਕੋਈ? ਕਿਰਪਾ ਤੋਂ ਬਿਨਾਂ ਕੋਈ ਸਤਸੰਗ ਵਿੱਚ ਬਹਿ ਸਕਦਾ ਹੈ? ਨਹੀਂ। ਜੇ ਆਪਾਂ ਘਰੋਂ ਚੱਲ ਕੇ ਆਉਨੇ ਆ, ਪਹਿਲਾਂ ਗੁਰੂ ਦੀ ਕਿਰਪਾ ਏ, ਫੇਰ ਆਪਾਂ ਆਉਨੇ ਆ, ਫੇਰ ਬਹਿਨੇ ਆ, ਫੇਰ ਸੁਣਦੇ। ਸਤਿਗੁਰ ਕਹਿੰਦੇ ਹਉਮੈ ਦਾ ਹੋਰ ਇਲਾਜ ਹੀ ਕੋਈ ਨਹੀਂ। ਵੈਦ ਗੁਰੂ ਸਾਹਿਬ ਵੱਲ ਵੇਖਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਤੇਰੀ ਭੇਖਜ ਨਾਮ ਹੈ ਦਵਾਈ ਦਾ, ਜੜੀ ਬੂਟੀ ਦਾ। ਉਹ ਤੇ ਤਾਂ ਕੰਮ ਕਰੂਗੀ ਨਾ ਜੇ ਰੋਗ ਪਛਾਣਿਆ ਹੋਏਗਾ। ਜਿਸ ਭੇਖਜ ਤੇ ਹਉਮੈ ਜਾਈ, ਅਬ ਚੱਲ ਸੁਖ ਵਸ ਹੈ ਤਨ ਆਈ। ਸਤਿਗੁਰ ਕਹਿੰਦੇ ਭਾਈ ਇਹੋ ਜੀ ਜੜੀ ਬੂਟੀ ਦਈ ਜਿਹਦੇ ਨਾਲ ਇਹ ਰੋਗ ਜੜ ਤੋਂ ਕੱਟਿਆ ਜਾਏ। ਸਭ ਤੋਂ ਭੈੜਾ ਰੋਗ ਹੈ। ਇਸ ਰੋਗ ਨੇ ਕਿਹਨੂੰ ਮਾਰਿਆ? ਵੈਸੇ ਤੇ ਸਾਰੀ ਦੁਨੀਆ ਹੀ ਹਉਮੈ ਚ ਗਰਜੀ ਹੋਈ ਹੈ। ਧਰਮ ਦੀ ਦੁਨੀਆ ਵਿੱਚ ਆ ਜੋ ਵਿਰਲੇ ਬੰਦਿਆਂ ਨੂੰ ਛੱਡ ਕੇ ਉਂਗਲਾਂ ਤੇ ਗਿਣਨ ਵਾਲਿਆਂ ਨੂੰ ਸਾਰੀ ਮੇਰੇ ਵਰਗੇ ਗ੍ਰਸਤ ਨੇ ਹਉਮੈ ਚ। ਹੰਕਾਰ ਹੋਰ ਚੀਜ਼ ਹੈ। ਹੋ ਸਕਦਾ ਅਸੀਂ ਹੰਕਾਰ ਨਾ ਕਰਦੇ ਹੋਈਏ, ਕੋਈ ਹੋਵੇ ਸਾਡੇ ਚੋਂ ਜਿਹੜਾ ਕਹਿੰਦਾ ਮੈਂ ਆਪਣੇ ਪਰਿਵਾਰ, ਸੰਸਾਰ, ਪੈਸੇ ਦਾ ਮਾਣ ਨਹੀਂ ਕਰਦਾ। ਕਿਤੇ ਨਾ ਕਿਤੇ ਅੰਦਰੋਂ ਈਗੋ ਹੈ, ਛੋਟੀ ਮੋਟੀ ਹਉਮੈ, ਸੂਖਸ਼ਮ ਵੀ ਹਾਂ ਇਸ ਬੰਦੇ ਨੂੰ ਕਦੇ ਤੇ ਮੇਰੇ ਤਾਂ ਹੀ ਕੰਮ ਪਊਗਾ ਨਾ, ਕੋਈ ਨਹੀਂ। ਅੱਜ ਆਪਣੇ ਆਪ ਨੂੰ ਖੱਬੀ ਖਾਨ ਬਣਿਆ ਫਿਰਦਾ, ਇੱਕ ਦਿਨ ਆਊਗਾ। ਇਹ ਹਉਮੈ, ਸੂਖਸ਼ਮ ਹਉਮੈ। ਸਤਿਗੁਰ ਕਹਿੰਦੇ ਭਾਈ ਜੇ ਰੋਗ ਹੀ ਨਹੀਂ ਫੜਿਆ, ਦਵਾਈ ਕੀ ਕੰਮ ਕਰੂਗੀ? ਕੰਮ ਨਹੀਂ ਕਰਨੀ। ਵੈਦ ਗੁਰੂ ਸਾਹਿਬ ਵੱਲ ਵੇਖਦਾ ਤੇ ਹੈਰਾਨ ਬੜਾ ਹੈ। ਸਤਿਗੁਰ ਕਹਿੰਦੇ ਆਹ ਰੋਗ ਵੈਦ ਜੀ ਤੈਨੂੰ ਵੀ ਲੱਗਿਆ ਹੋਇਆ। ਆਖੋ ਸਤਿਨਾਮ, ਤੈਨੂੰ ਵੀ ਲੱਗਾ। ਤੇ ਤਾਈਓ ਕਹਿੰਦਾ ਸੀ ਨਾ, ਮੈਂ ਨਬਜ਼ ਵੇਖ ਲਈ ਤੇਰੇ 3 ਰੋਗਾਂ ਦੀ, 3 ਧਾਤਾਂ ਨੂੰ ਮੈਂ ਠੀਕ ਕਰ ਦੇਣਾ। ਕਿਤੇ ਨਾ ਕਿਤੇ ਹਉਮੈ ਆ ਨਾ ਆਪਣੇ ਗੁਣ ਦੀ। ਤੇ ਰੱਬ ਦੇ ਪਿਆਰੇ ਜਿਹੜੇ ਬੰਦਗੀ ਵਾਲੇ ਸੱਚਮੁੱਚ ਪਿਆਰੇ ਆ ਨਾ ਜੀ, ਇਹ ਕਿਉਂ ਕਹਿਣਾ ਪੈਂਦਾ ਸੱਚਮੁੱਚ? ਕਿਉਂਕਿ ਗੁਰੂ ਸਾਹਿਬ ਨੇ ਕਰੋੜਾਂ ਦਾ ਜ਼ਿਕਰ ਕੀਤਾ ਹੋਇਆ, ਆਪਾਂ ਤੇ ਸੈਂਕੜਿਆਂ ਚ ਲਈ ਫਿਰਦੇ ਆ। ਮਰਦ ਕਹਿੰਦੇ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਕਹਿੰਦੇ ਜਿਹਦਾ ਚਿੱਤ ਉਸ ਯਾਰ ਪਰਮਾਤਮਾ ਨਾਲ ਭਿੱਜਿਆ, ਉਹ ਕੋਟਨ ਕਹੀਏ ਕਰੋੜਾਂ ਚੋਂ ਇੱਕ ਅੱਧਾ ਹੈ। ਵੀ ਇੱਕ ਜਾਂ ਦੋ ਕਰੋੜਾਂ ਚੋਂ। ਹੁਣ ਆਪਣੇ ਦੇਸ਼ ਦੀ ਆਬਾਦੀ ਕਿੰਨੀ ਹੈ? 130 ਦੱਸਦੇ ਹਨ। 130 ਕੋਈ ਕਿੰਨੀ ਦੱਸਦਾ ਹੈ, ਕਿ ਘੱਟ ਵੀ ਹੋ ਜਾਂਦੀ, ਕਦੇ ਵਧੀ ਵੀ ਜਾਂਦੀ ਹੈ। ਹਰ ਵਾਰ ਮਰਦਮਸ਼ੁਮਾਰੀ ਦੇ ਅੰਕੜੇ ਆਉਂਦੇ ਆ। ਪਰ ਇੰਨੇ ਲੋਕਾਂ ਦੇ ਵਿੱਚੋਂ ਕਿੰਨੇ ਕੁ ਹੋਣਗੇ ਜਿਹੜੇ ਰੱਬ ਰੂਪ ਨੇ? ਉਂਗਲਾਂ ਤੇ ਗਿਣਨ ਵਾਲੇ ਬਹੁਤ ਥੋੜੇ। ਗੁਰੂ ਸਾਹਿਬ ਕਰੋੜਾਂ ਦਾ ਜ਼ਿਕਰ ਕਰਦੇ, 1 ਕਰੋੜ ਦਾ ਨਹੀਂ ਕਰਦੇ।
ਵੀ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਜਿਹੜਾ ਰੱਬ ਨਾਲ ਇੱਕ ਮਿਕ ਹੋਇਆ। ਜਪਦੇ ਤੇ ਸਾਰੇ ਹੀ ਆ, ਇੱਕ ਮਿਕ ਦੀ ਗੱਲ ਚੱਲਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰੋਗ ਤੈਨੂੰ ਵੀ ਲੱਗਾ ਹੈ, ਤੂੰ ਵੀ ਗ੍ਰਸਤ ਹੈ। ਹੁਣ ਜੇ ਤੈਨੂੰ ਆਪ ਰੋਗ ਲੱਗਾ ਹੋਵੇ ਤਾਂ ਮੈਨੂੰ ਕੀ ਠੀਕ ਕਰੇਗਾ? ਸਤਿਨਾਮ। ਹੁਣ ਜਿਹੜਾ ਡਾਕਟਰ ਵਿਚਾਰਾ ਆਪ ਸ਼ੂਗਰ ਤੇ ਬੀਪੀ ਦਾ ਮਰੀਜ਼ ਹੈ, ਤੇ ਜਿੰਨਾ ਮਰਜ਼ੀ ਸਪੈਸ਼ਲਿਸਟ ਬਣਿਆ ਹੋਵੇ, ਹੈ ਤੇ ਹਾਰਟ ਦਾ ਮਰੀਜ਼ ਹੈ, ਡਾਕਟਰ ਆ ਕਾਰਡੀਓਲੋਜੀ ਦਾ ਸਪੈਸ਼ਲਿਸਟ ਬਣਿਆ ਫਿਰਦਾ, ਲੋਕਾਂ ਨੂੰ ਦਵਾਈਆਂ ਦੇ ਰਿਹਾ, ਤਰੀਕੇ ਦੱਸਦਾ, ਯਤਨ ਦੱਸਦਾ, ਕੋਈ ਬਹੁਤਾ ਅਸਰ ਨਹੀਂ ਹੋਇਆ ਕਿਉਂਕਿ ਆਪ ਬਿਮਾਰ ਹੈ। ਜੋ ਆਪ ਤੰਦਰੁਸਤ ਹੈ ਦੂਜੇ ਨੂੰ ਸਿੱਖਿਆ ਤੰਦਰੁਸਤੀ ਦੀ ਉਹੀ ਦੇ ਸਕਦਾ ਹੈ। ਹੁਣ ਜਿਹਦਾ ਆਪਣਾ ਢਿੱਡ ਏਡਾ ਵੱਡਾ, ਦੂਜੇ ਨੂੰ ਆਖਿਓ ਪਤਲਾ ਰਿਹਾ ਕਰ, ਭੱਜਿਆ ਕਰ, ਵਾਕਿੰਗ ਕਰਿਆ ਕਰ, ਯੋਗਿੰਗ ਕਰਿਆ ਕਰ, ਰਨਿੰਗ ਕਰਿਆ ਕਰ, ਕੀ ਕਰੂਗਾ? ਅਗਲਾ ਕਹਿੰਦਾ ਯਾਰ ਤੇਰੇ ਆਪਣੇ ਤੇ ਲੱਛਣ ਨਹੀਂ ਲੱਗਦੇ, ਤੈਨੂੰ ਢਿੱਡ ਥੱਲੇ ਪੈਰ ਤੇ ਦਿਸਦੇ ਨਹੀਂ ਕਿੱਥੇ ਨੇ? ਆਖੋ ਸਤਿਨਾਮ। ਅੱਜ ਸਾਡੇ ਪੰਜਾਬੀਆਂ ਦੇ ਹਾਲ ਇਹੀ ਨੇ, ਕਿਸੇ ਨੂੰ ਕੁਛ ਨਾ ਕਹੋ, ਸਿੱਧਾ ਆਖੋ ਵੀ ਤੈਨੂੰ ਤੇਰੇ ਪੈਰ ਦਿਸਦੇ ਸਿੱਧੇ ਖੜ ਕੇ। ਤੰਦਰੁਸਤ ਬੰਦੇ ਦੀ ਨਿਸ਼ਾਨੀ ਆ ਸਿੱਧੇ ਖੜ ਕੇ, ਜਿਹਨੂੰ ਆਪਣੇ ਪੈਰ ਪੂਰੇ ਦਿਸਦੇ ਆ ਨਾ ਤੇ ਉਹ ਤੰਦਰੁਸਤ ਹੈ। ਘਰੇ ਜਾ ਕੇ ਚੈੱਕ ਕਰ ਲਿਓ, ਜੇ ਪੈਰ ਦਿਸਦੇ ਤੇ ਫਿੱਟ ਹੋ, ਨਹੀਂ ਤੇ ਫਿਰ ਰੱਬ ਰੱਖੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੈਦ ਜੀ ਤੁਸੀਂ ਤੇ ਬਿਮਾਰ ਹੋ, ਖੁਦ ਰੋਗੀ ਹੋ, ਤੇ ਮੈਨੂੰ ਤੁਸੀਂ ਦਵਾਈ ਦੱਸਦੇ। ਇਹ ਬੜੇ ਪਿਆਰ ਵਿੱਚ ਸਤਿਗੁਰੂ ਕਹਿੰਦੇ ਆ, ਬੇਇੱਜ਼ਤ ਕਰਕੇ ਨਹੀਂ, ਕਿਉਂਕਿ ਗੁਫ਼ਤਗੂ ਹੋ ਰਹੀ ਹੈ ਨਾ ਦੋਨਾਂ ਦੀ। ਵੈਦ ਕੋਲੇ ਬੈਠਾ ਮਹਾਰਾਜ ਦੇ ਮੰਜੇ ਤੇ, ਸਤਿਗੁਰੂ ਕਹਿੰਦੇ ਵੈਦ ਜੀ ਹਉਮੈ ਦਾ ਰੋਗ ਬਹੁਤ ਵੱਡਾ ਹੈ, ਮਨੁੱਖਾ ਸਰੀਰ ਨੂੰ ਮਿਲਿਆ, ਇਸ ਰੋਗ ਨੇ ਵੱਡਿਆਂ ਵੱਡਿਆਂ ਨੂੰ ਮਾਰ ਮੁਕਾਇਆ ਏ। ਸੋ ਪਚਾਰ ਕਰੇ ਜੇ ਕੋ ਨਿਜ ਰੁਜ ਖੋਏ ਵੈਦ ਭਲ ਸੋ। ਸਤਿਗੁਰ ਕਹਿੰਦੇ ਵੈਦ ਸਿਆਣਾ ਹੋਵੇ, ਆਪਣਾ ਰੋਗ ਪਹਿਲਾਂ ਖਤਮ ਕਰੇ ਤੇ ਦੂਜੇ ਨੂੰ ਠੀਕ ਤਾਂ ਕਰ ਸਕਦਾ ਹੈ ਜਿਹਨੇ ਆਪਣੀ ਹਉਮੈ ਕੱਟੀ ਆ ਦੂਜੇ ਦੀ ਕੱਟ ਸਕਦਾ ਹੈ। ਜੇ ਗੁਰੂ ਨੇ ਸਾਨੂੰ ਸੇਵਾ ਦਾ ਉਪਦੇਸ਼ ਦਿੱਤਾ ਨਾ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੇਤਹਾਸ਼ਾ ਸੇਵਾ ਕੀਤੀ ਹੈ 11-12 ਸਾਲ, ਫਿਰ ਕਿਆ ਸਿੱਖਾ ਸੇਵਾ ਕਰੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸੀਸ ਦਿੱਤਾ ਹੈ, ਗੁਰੂ ਅਰਜਨ ਦੇ ਪਾਤਸ਼ਾਹ ਤੱਤੀਆਂ ਤਵੀਆਂ ਤੇ ਬੈਠੇ ਆ, ਕਲਗੀਧਰ ਪਾਤਸ਼ਾਹ ਨੇ ਪਰਿਵਾਰ ਸਰਵੰਸ ਦਾਨ ਵਿੱਚ ਦਿੱਤਾ ਤੇ ਕਹਿੰਦੇ ਸਿੱਖਾ ਤੂੰ ਵੀ ਦਾਨ ਕਰਿਆ ਕਰ, ਆਪ ਕਰਕੇ ਵਿਖਾਇਆ। ਸਾਰੇ ਪਰਿਵਾਰ ਨੇ ਅੰਮ੍ਰਿਤਪਾਨ ਕੀਤਾ, ਫਿਰ ਆਖਿਆ ਸਿੱਖੋ ਅੰਮ੍ਰਿਤ ਛਕੋ ਗੁਰੂ ਵਾਲੇ, ਪਹਿਲਾਂ ਆਪ ਛਕਿਆ। ਇਹ ਨਹੀਂ ਕਿ ਸਾਨੂੰ ਕਹਿਤਾ। ਜੇ ਨਾਮ ਜਪਣ ਦੀ ਗੱਲ ਕੀਤੀ, ਕਿਰਤ ਕਰਨ ਦੀ ਗੱਲ ਕੀਤੀ, ਵੰਡ ਛਕਣ ਦੀ ਗੱਲ ਕੀਤੀ, ਉਹ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਆਪ ਕੀਤਾ, ਫਿਰ ਉਪਦੇਸ਼। ਸਾਡੇ ਵਾਂਗੂ ਨਹੀਂ, ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਤ ਤੇ ਖਾਇਆ ਘਰ ਦਾ ਖੇਤ। ਗੁਰੂ ਸਾਹਿਬ ਨੇ ਬੜਾ ਸੋਹਣਾ ਬਿਆਨ ਦੱਸਿਆ, ਕਹਿੰਦੇ ਲੋਕਾਂ ਨੂੰ ਸਮਝਾਉਣ ਵਾਲੇ ਆ, ਲੋਕਾਂ ਨੂੰ ਕਹੀ ਜਾਂਦਾ ਆਪਣੇ ਖੇਤਾਂ ਦੇ ਆਲੇ ਦੁਆਲੇ ਕੰਡੇ ਵਾਲੀ ਤਾਰ ਲਾ ਕੇ ਰੱਖੋ, ਆਪ ਲਾਈ ਨਹੀਂ ਸੀ। ਕਹਿੰਦਾ ਤਾਰ ਦੇ ਫਾਇਦੇ ਕੀ ਆ? ਕਹਿੰਦਾ ਜੀ ਗਾਂ ਵੱਧ ਨਹੀਂ ਵੜਦੀ, ਪਤਾ ਲੱਗਿਆ ਆਪਣਾ ਖੇਤ ਸਾਰੇ ਹੀ ਖਾ ਗਈਆਂ। ਸਾਡੀ ਤੇ ਹਾਲਤ ਇਹ ਹੈ ਜੀ, ਅਸੀਂ ਲੋਕਾਂ ਦੀ ਚਾਹੇ ਪ੍ਰਚਾਰਕਾਂ, ਚਾਹੇ ਢਾਡੀਆਂ, ਰਾਗੀਆਂ, ਕਵੀਸ਼ਰੀਆਂ, ਕੋਈ ਵਿਰਲਾ ਹੋਊ ਜੀ ਤੇ ਗੁਰੂ ਦੀ ਕਿਰਪਾ ਹੋ ਵੀ ਸਕਦੀ ਕਦੇ। ਮਰਦ ਕਹਿੰਦੇ ਜਦ ਤੱਕ ਤੇਰੇ ਅੰਦਰ ਆਪਣੇ ਹਉਮੈ ਆ ਵੈਦ ਜੀ, ਤੂੰ ਮੇਰਾ ਇਲਾਜ ਕੀ ਕਰੇਗਾ? ਜੇ ਤੇਰੀ ਦਵਾਈ ਤੈਨੂੰ ਫਿੱਟ ਨਹੀਂ ਆਈ, ਮੈਨੂੰ ਕਿੱਥੋਂ ਰਾਸ ਆਊਗੀ? ਜਨਮ ਮਰਨ ਤੇ ਮੁਕਤਾ ਹੋਈ, ਬੋਹਰ ਨ ਰੋਗ ਵਿਆਪੈ ਕੋਈ। ਸਤਿਗੁਰਾਂ ਨੇ ਅਗਲਾ ਬਚਨ ਇਹ ਵੀ ਕਹਿ ਦਿੱਤਾ, ਕਹਿੰਦੇ ਰੋਗ ਕੱਟੇ ਦੀ ਨਿਸ਼ਾਨੀ ਕੀ ਹੈ? ਦੁਨਿਆਵੀ ਤੌਰ ਤੇ ਬੰਦੇ ਦਾ ਰੋਗ ਕੱਟਿਆ ਜਾਏ, ਸਰੀਰ ਤੋਂ ਪਤਾ ਲੱਗਣ ਲੱਗ ਜਾਂਦਾ ਵੀ ਹੁਣ ਬਿਮਾਰ ਨਹੀਂ ਆ, ਤੰਦਰੁਸਤ ਆ। ਮਰਦ ਕਹਿੰਦੇ ਜਿਉਂਦੇ ਜੀ ਜੰਮਣ ਤੇ ਮਰਨ ਦਾ ਡਰ ਖਤਮ ਹੋ ਜਾਂਦਾ ਹੈ, ਹਉਮੈ ਕੱਟੀ ਜਾਣ ਦੀ ਨਿਸ਼ਾਨੀ ਹੈ। ਸਾਨੂੰ ਤੇ ਹੀ ਲੱਗਦਾ ਰਹਿੰਦਾ ਹਾਏ ਮੇਰਾ ਪਤਾ ਨਹੀਂ ਜਮਾ ਨੇ ਮੇਰਾ ਕੀ ਕਰਨਾ। ਬੜੇ ਦੇਖੇ ਸਾਡੇ ਵਰਗੇ ਸਾਰੇ, ਪਤਾ ਨਹੀਂ ਸਾਡਾ ਕੀ ਬਣੂ, ਦਰਗਾਹ ਦੇ ਵਿੱਚ ਇੰਨਾ ਪਾਠ ਕੀਤਾ ਤੇ ਹੈ ਲੱਗਣਾ ਕੋਈ ਨਹੀਂ ਲੱਗਣਾ। ਕਿੱਥੇ ਖੜੇ ਆ? ਕਿਉਂ ਆ ਇਹ? ਕਿਉਂਕਿ ਭਰੋਸਾ ਨਹੀਂ ਹੈ। ਭਰੋਸਾ ਕਿਉਂ ਨਹੀਂ? ਹਉਮੈ ਬੈਠੀ ਹੈ, ਹਉਮੈ ਭਰੋਸਾ ਹੋਣ ਹੀ ਨਹੀਂ ਦੇ ਰਹੀ। ਇਹ ਤੇ ਉਹ ਹੈ ਪਾਣੀ ਦੇ ਉੱਤੇ ਨਾ ਕੋਈ ਆਖੇ ਮੈਂ ਪਲਸਤਰ ਕਰਨਾ ਚਾਹੁੰਦਾ, ਸਾਡਾ ਕੰਮ ਉਹ ਹੈ ਪਾਣੀ 'ਚ ਪਲਸਤਰ ਰੁਕਦਾ, ਰੇਤਾ ਬਣ ਜੂਗਾ, ਉਹੀ ਹਾਲ ਹੋ ਜਾਣਾ, ਗਾਰਾ ਬਣ ਜਾਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੈਦ ਜੀ ਇਸ ਹਉਮੈ ਨੇ ਜੰਮਣ ਤੇ ਮਰਨ ਦੀ ਤੰਦ ਵਿੱਚ ਹਰ ਇਨਸਾਨ ਪਾਇਆ ਹੋਇਆ ਹੈ। ਇੱਕ ਤੇ ਦੇਖੋ ਸਰੀਰ ਕਰਕੇ ਜੰਮਣਾ ਮਰਨਾ ਹੈ, ਉਹ ਤੇ ਸਪਸ਼ਟ ਹੈ। ਹਰ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਪੀ ਲਾ ਲੇ, ਕਿੰਨੀ ਵਾਰੀ ਜੰਮਦਾ ਤੇ ਕਿੰਨੀ ਵਾਰੀ ਮਰਦਾ ਹੈ।
ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਝੰਜੋੜ ਕੇ ਰੱਖਦੀਆਂ, ਹਰ ਵੇਲੇ ਮਾਰਦੀਆਂ ਨੇ, ਹਰ ਵੇਲੇ ਪਰੇਸ਼ਾਨ ਕਰਦੀਆਂ। ਤੇ ਗੁਰੂ ਦੀ ਦਾਤ ਕੀ ਹੈ? ਨਾਮ ਦੀ ਬੇਪਰਵਾਹ ਆਨੰਦ ਚ ਰੱਖਦੀ ਹੈ। ਜੋ ਹੋਣਾ ਹੋ ਜਾਣਾ, ਕਿਸੇ ਦੀ ਕੋਈ ਫਿਕਰ ਨਹੀਂ। ਅੱਜ ਸਤਿਗੁਰ ਕਹਿੰਦੇ ਵੈਦ ਜੀ ਰੋਗ ਲੱਗਾ ਹੈ, ਇਸ ਰੋਗ ਨੇ ਵੱਡੇ ਰੋਗ ਬਣਾ ਦਿੱਤੇ ਜੰਮਣ ਤੇ ਮਰਨ ਦੇ। ਇੱਕ ਦੁੱਖ ਕਾਟੋ ਰਾਮ ਰਾਏ ਮੇਰਾ, ਅਗਨ ਨੰਦ ਹੈ ਅਰ ਗਰਭ ਬਸੇਰਾ। ਇੱਕ ਲੱਕੜਾਂ ਸਾੜਦੀਆਂ ਨੇ, ਇੱਕ ਮਾਤਾ ਦੇ ਪੇਟ ਦੀ ਅੱਗ ਸਾੜਦੀ, ਕਿਤੇ ਇਹ ਜੰਮਣਾ ਮਰਨਾ ਹੈ। ਇਹ ਬੜਾ ਵੱਡਾ ਦੁੱਖ ਹੈ। ਕਹਿੰਦੇ ਇੱਕ ਦੁੱਖ ਇਹ ਹੈ, ਮਨ ਨੂੰ ਚਿੰਤਾ ਲੱਗੀ ਰਹਿੰਦੀ, ਮਨ ਨੂੰ ਝੋਰਾ ਲੱਗਿਆ ਰਹਿੰਦਾ। ਇਹ ਤਪਦੀ ਭੱਠੀ ਵਿੱਚ ਮਨ ਹਰ ਵੇਲੇ ਸੜਦਾ ਹੈ, ਅੱਗੇ ਸਾਰਾ ਖੋਲ ਦੇਣਾ ਗੁੱਸਾ। ਵੈਦ ਜੀ ਐਸੀ ਦਵਾਈ ਦਿਓ, ਜੰਮਣ ਮਰਨ ਮੇਰਾ ਕੱਟਿਆ ਜਾਵੇ। ਰੋਜ ਪਰਖਨ ਪੁਨ ਤਿਨ ਕੋ ਹਰਨੇ, ਸੁਣਿਓ ਚਹਿਤ ਹੋ ਮਨ ਜੁੜ ਕਰਨੇ। ਤੇ ਫਿਰ ਵੈਦ ਕਹਿੰਦਾ ਮਹਾਰਾਜ ਮੈਨੂੰ ਇਹ ਤੇ ਦੱਸ ਦਿਓ ਰੋਗ ਪਛਾਣੀ ਦਾ ਕਿਵੇਂ ਹੈ। ਕੋਈ ਵੀ ਰੋਗ ਹੈ ਪਹਿਲਾਂ ਉਹਨੂੰ ਪਛਾਣਿਆ ਜਾਂਦਾ ਹੈ, ਫਿਰ ਉਹਦੀ ਵੈਕਸੀਨੇਸ਼ਨ ਹੁੰਦੀ ਹੈ, ਪਹਿਲਾਂ ਵੈਕਸੀਨ ਬਣਦੀ ਹੈ। ਆਹ ਹੁਣ ਕਰੋਨਾ ਇੱਕ ਰੋਗ ਹੈ, ਸਾਲ ਕਿਉਂ ਲੱਗ ਗਿਆ ਜੀ? ਇਹ ਤੇ ਬੜੀ ਕਾਹਲੀ ਹੈ ਵੈਕਸੀਨ ਆਉਣ ਦੇ ਵਿੱਚ, ਬੜਾ ਰੌਲਾ ਛੇਤੀ ਪਿਆ। ਪਹਿਲਾਂ ਰੋਗ ਪਛਾਣਿਆ, ਇਹਦੇ ਸਾਈਡ ਇਫੈਕਟ ਕੀ ਨੇ, ਬਣਦਾ ਕਿਵੇਂ ਹੈ, ਫੈਲਦਾ ਕਿਵੇਂ ਆ, ਹੋ ਕੀ ਰਿਹਾ ਹੈ, ਲਾਸਟ ਸਟੇਜ ਹੁੰਦੀ ਹੈ। ਫਿਰ ਇਹਦੇ ਤੇ ਰਿਸਰਚਾਂ ਚੱਲੀਆਂ ਲੈਬਸ ਵਿੱਚ। ਫਿਰ ਜਦੋਂ ਇਹ ਦਵਾਈ ਤਿਆਰ ਕੀਤੀ, ਲੋਕਾਂ ਦੇ ਟਰਾਇਲ ਕੀਤੇ ਗਏ, ਪਰ ਅਜੇ ਵੀ ਟਰਾਇਲ ਦੇ ਵਿੱਚ ਜਿੱਦਾਂ ਪਰਸੋਂ ਨਾਰਵੇ ਦੇ ਵਿੱਚ 23 ਲੋਕ ਗੱਡੀ ਚੜ੍ਹ ਕੇ ਨਾ ਚੜ੍ਹਨੇ ਆ ਜੀ। ਇੱਥੇ ਸਾਡੇ ਵਾਲੇ ਵੇਖਿਆ ਨਹੀਂ ਤੁਸੀਂ? ਆਹ ਜਿਹੜੀ ਕਰੋਨਾ ਵੈਕਸੀਨ ਮਾਤਾ ਨਵੀਂ ਆਈ ਹੈ ਜੀ, ਤੁਸੀਂ ਵੀ ਪੂਜਾ ਪਾਜਾ ਕਰ ਲਿਓ ਜੇ ਕਿਤੇ ਵੀਡੀਓ ਤੁਹਾਡੇ ਕੋਲ ਆ ਗਈ। ਕੱਲ ਦੇ ਨਾਰੀਅਲ ਭੰਨੇ ਜਾ ਰਹੇ ਨੇ, ਹਾਰ ਹੂਰ ਪਾਏ ਜਾਂਦੇ ਆ। ਕਹਿੰਦੇ ਆ ਜਿਹੜੀ ਵੈਕਸੀਨ ਮਾਤਾ ਆਈ ਹੈ ਨਵੀਂ ਹੈ, 33 ਕਰੋੜ ਤੋਂ ਬਾਅਦ ਆਈ ਹੈ। 33 ਕਰੋੜ ਦੇਵੀ ਦੇਵਤਿਆਂ ਵਿੱਚ ਇਸ ਦੇਵੀ ਦਾ ਨਾਂ ਹੀ ਨਹੀਂ ਸੀ ਜਿਹੜੀ ਨਵੀਂ ਆਈ ਹੈ। ਇੱਥੇ ਤੇ ਲੋਕਾਂ ਦਾ ਬੁਰਾ ਹਾਲ ਹੈ। ਸ਼ੀਤਲਾ ਇੱਕ ਬਿਮਾਰੀ ਹੈ, ਉਹਨੂੰ ਲੋਕ ਮਾਤਾ ਕਹਿੰਦੇ ਫਿਰਦੇ। ਦੁਨੀਆ ਦੀ ਹਰ ਬਿਮਾਰੀ ਇੰਡੀਆ ਦੇ ਲੋਕਾਂ ਦੀ ਮਾਂ ਹੁੰਦੀ ਆ। ਕਰੋਨਾ ਚਾਈਨਾ ਤੋਂ ਆਇਆ, ਇੰਟਰਨੈਸ਼ਨਲ ਵੀਜ਼ਾ ਮਿਲ ਗਿਆ, ਇੱਥੇ ਆ ਕੇ ਘਰ ਕਰ ਗਿਆ, ਕਹਿੰਦਾ ਮੈਂ ਨਹੀਂ ਜਾਂਦਾ, ਕਿਉਂਕਿ ਮਾਂ ਬਣਾ ਲੈਣੇ ਨਾ। ਹੌਲੀ ਹੌਲੀ ਕਰੋਨਾ ਜੀ ਦਾ ਮੰਦਿਰ ਬਣ ਜਾਣਾ। ਧਿਆਨ ਰੱਖਿਓ 6 ਮਹੀਨਿਆਂ 'ਚ ਹੋਣ ਵਾਲਾ ਐਡਾ ਵੱਡਾ ਪਖੰਡ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੈਦ ਜੀ ਜਦੋਂ ਤੱਕ ਰੋਗ ਦੀ ਪਛਾਣ ਹੀ ਨਹੀਂ, ਤੋੜ ਕਿੱਥੋਂ ਲੱਭੋਗੇ? ਤੋੜ ਤੇ ਬਾਅਦ ਚੋਂ ਲੱਭਿਆ ਜਾਣਾ, ਪਹਿਲਾਂ ਰੋਗ ਪਛਾਣਨਾ ਪੈਂਦਾ। ਵੈਦ ਕਹਿੰਦਾ ਮਹਾਰਾਜ ਮੈਨੂੰ ਤੇ ਰੋਗ ਦੀ ਪਛਾਣ ਨਹੀਂ ਹੈਗੀ, ਮੈਨੂੰ ਕੀ ਪਤਾ ਹਉਮੈ ਕੀ ਹੈ। ਸੱਚੀ ਗੱਲ ਹੈ, ਸਾਨੂੰ ਕਿਸੇ ਨੂੰ ਨਹੀਂ ਪਤਾ ਹਉਮੈ ਕੀ ਹੈ। ਬੇਸ਼ੱਕ ਅਸੀਂ ਸਾਰੇ ਲੋਕਾਂ ਧਰਮ ਦੀ ਦੁਨੀਆ 'ਚ ਜੁੜਿਆਂ ਨੂੰ ਬੜੇ ਸਾਲ ਹੋ ਗਏ, ਕਿਉਂਕਿ ਅਸੀਂ ਆਪਣੀ ਹਉਮੈ ਨੂੰ ਡਿਫਾਈਨ ਵੀ ਕਈ ਵਾਰ ਆਪਣੇ ਪੱਧਰ ਤੇ ਕਰਦੇ। ਮੈਨੂੰ ਲੱਗਦਾ ਮੈਂ ਸੱਚਾ, ਮੈਂ ਸੱਚਾ। ਸੱਚ ਸ਼ਬਦ ਪਿੱਛੇ ਵੀ ਹੰਕਾਰ ਖੜਿਆ ਤੇ ਮੈਂ ਪਿੱਛੇ ਡਬਲ ਹੋ ਗਿਆ ਨਾ। ਮੈਂ ਪਿੱਛੇ ਹਉਮੈ ਖੜੀ ਆ, ਸੱਚ ਪਿੱਛੇ ਹੰਕਾਰ ਖੜਿਆ। ਮੈਂ ਸੱਚਾ ਵੀ ਸਾਡਾ ਘੱਟ ਨਹੀਂ, ਇਹ ਵੀ ਹੰਕਾਰ ਹੈ ਵੀ ਮੈਂ ਹੀ ਸੱਚਾ। ਜੋ ਮੈਨੂੰ ਪਤਾ ਮੈਨੂੰ ਹੀ ਪਤਾ, ਇਹਨੂੰ ਕੀ ਪਤਾ ਹੈ? ਜਿਹੜੀ ਗੱਲ 'ਚ ਇਹ ਗਲਤ ਆ ਮੈਂ ਜਾਣਦਾ, ਪਰ ਕਦੇ ਇਹ ਮੈਂ ਜਾਣਦੀ ਵੀ ਮੈਂ ਕਿੱਥੇ ਗਲਤ ਆ? ਇਹ ਮੰਨਦੀ ਆ ਕਦੇ ਨਹੀਂ। ਜਿੱਦਣ ਸਤਿਗੁਰ ਦੀ ਕਿਰਪਾ ਹੋ ਗਈ, ਉਦਣ ਬੰਦਾ 10 ਲੋਕਾਂ 'ਚ ਖੜ ਕੇ ਆਖੂਗਾ ਮੈਂ ਗੁਨਾਹਗਾਰ ਹਾਂ, ਮੈਥੋਂ ਵੀ ਗਲਤੀਆਂ ਹੁੰਦੀਆਂ ਨੇ, ਮੈਂ ਆ ਵੀ ਗਲਤੀ ਕੀਤੀ ਹੈ। ਹਉਮੈ ਦਾ ਭਰਿਆ ਲੱਖਾਂ ਵਿੱਚ ਖੜ ਕੇ ਵੀ ਕਹਿੰਦਾ ਇਹ ਮੈਂ ਗਲਤ ਨਹੀਂ ਬੋਲਿਆ, ਮੇਰੀ ਵੀਡੀਓ ਨੂੰ ਕੱਟ ਵੱਢ ਕੇ ਪੇਸ਼ ਕੀਤਾ ਗਿਆ। ਕੀ ਹੈ? ਹਉਮੈ ਹੈ। ਗੁਰੂ ਸਾਹਿਬ ਉਸੇ ਹਉਮੈ ਦਾ ਜ਼ਿਕਰ ਕਰਦੇ, ਕਹਿੰਦੇ ਪਹਿਲਾਂ ਪਛਾਣ ਤੇ ਸਹੀ। ਆਪਾਂ ਨੂੰ ਕੀ ਪਤਾ ਮੇਰੇ ਵਿੱਚ ਗੁਣ ਕਿਹੜੇ ਆ, ਮੇਰੇ ਵਿੱਚ ਔਗਣ ਕਿਹੜੇ? ਮੈਨੂੰ ਤੇ ਲੱਗਦਾ ਮੈਂ ਧਰਮ ਦੀ ਦੁਨੀਆ 'ਚ ਮੱਥਾ ਟੇਕ ਜਾਂਦਾ, ਪਾਠ ਕਰ ਲੈਂਦਾ, ਮੈਂ ਤੇ ਬੜਾ ਵੱਡਾ ਪੁੰਨੀ। ਪਰ ਗੁਰੂ ਤੋਂ ਪੁੱਛ ਕੇ ਵੇਖੀਏ ਮੇਰੇ ਵਰਗੀਆਂ ਝੂਠਾਂ ਕਿੰਨੀਆਂ ਹੋਣਗੀਆਂ, ਮੇਰੇ ਵਰਗੇ ਔਗਣਾਂ ਦੇ ਭਰੇ ਲੋਕ ਕਿੰਨੇ ਹੋਣਗੇ ਜੋ ਆਪਣੇ ਆਪ ਨੂੰ ਮਹਾਨ ਦੱਸਦੇ ਨੇ। ਓ ਚਰੋ ਨਿਜ ਹਿਰਦੇ ਚਾਹੂੰ, ਸਭੈ ਕਹੋ ਮੈਂ ਤੁਮਰੇ ਪਾਹੂੰ। ਤੇ ਗੁਰੂ ਸਾਹਿਬ ਦੇ ਸਾਹਮਣੇ ਹੱਥ ਜੋੜ ਲਏ ਵੈਦ ਨੇ। ਕਹਿੰਦਾ ਮਹਾਰਾਜ ਮੈਨੂੰ ਪਹਿਲਾਂ ਰੋਗ ਦੀ ਪਛਾਣ ਕਰਾ ਦਿਓ, ਫਿਰ ਮੈਨੂੰ ਰੋਗ ਦਾ ਤੋੜ ਦਵਾਈ ਦੱਸ ਦਿਓ। ਦਵਾਈਆਂ ਚੱਕੀ ਫਿਰੋ ਤੇ ਰੋਗ ਦਾ ਪਤਾ ਨਾ ਹੋਵੇ, ਨੁਕਸਾਨ ਕਰਦੀਆਂ ਨਾ। ਉਹਨੂੰ ਕਿਹਾ ਜਾਂਦਾ ਨੀਮ ਹਕੀਮ ਖਬਰਾ ਏ ਜਾਨ। ਹਿੰਦੁਸਤਾਨ ਦੀ ਧਰਤੀ ਤੇ ਸਾਰੇ ਡਾਕਟਰ ਨੇ MBBS ਜਿਹਨੂੰ ਮਰਜ਼ੀ ਛੇੜ ਲਓ, ਘੱਟ ਹੈ ਕੋਈ?
ਸਾਰੇ ਦੱਸਦੇ ਆ ਫਾਇਦੇ, ਆਹ ਚੀਜ਼ ਦਾ ਕੀ ਫਾਇਦਾ, ਇਹਦਾ ਨੁਕਸਾਨ ਕੀ। ਅੱਜ ਕੱਲ੍ਹ ਤੇ YouTube ਲੋਕਾਂ ਦੀ ਜੜ੍ਹਾਂ 'ਚ ਬੈਠੀ ਹੈ, ਸਵੇਰ ਤੋਂ ਸ਼ਾਮ ਤੱਕ ਹਰ ਪਾਸੇ ਯੂਟਿਊਬਰ ਦਾ ਹੈ। ਭੈਣਾਂ ਵੀ ਸਰਦ ਰੈਸਪੀ ਵੇਖਦੀਆਂ, ਸ਼ਾਮ ਨੂੰ ਤੋਰੀਆਂ ਜਾਂ ਭਿੰਡੀਆਂ ਧਰ ਲੈਂਦੀਆਂ ਸਾਰਾ ਦਿਨ ਦੇਖ ਕੇ। ਤੇ ਮੇਰੇ ਵਰਗੇ ਵੈਦ ਹਕੀਮ YouTube ਦੀਆਂ ਦਵਾਈਆਂ ਵੇਖ ਵੇਖ ਆਪ ਖਾ ਲੈਂਦੇ, ਦੂਜੇ ਨੂੰ ਖਵਾ ਦਿੰਦੇ, ਫਿਰ ਤੁਰੇ ਫਿਰਦੇ ਡਾਕਟਰ ਕੋਲ, ਕਹਿੰਦੇ ਹੁਣ ਆਹ ਵੀ ਹੋ ਗਿਆ, ਆਹ ਵੀ ਹੋ ਗਿਆ, ਰਿਪੋਰਟਾਂ ਗਲਤ ਆ ਗਈਆਂ। ਪਿਆਰਿਓ, ਜਦ ਤੱਕ ਕਿਸੇ ਚੀਜ਼ ਦੀ ਪਛਾਣ ਨਹੀਂ, ਉਹ ਤੋਂ ਬਾਅਦ ਫਿਰ ਉਹਦੀ ਜੜ ਲੱਭਣੀ ਚਾਹੀਦੀ ਹੈ। ਪਹਿਲਾਂ ਪਛਾਣ। ਸਤਿਗੁਰ ਕਹਿੰਦੇ ਤੂੰ ਪਛਾਣ ਤੇ ਸਹੀ। ਕਹਿੰਦਾ ਮਹਾਰਾਜ ਮੈਨੂੰ ਹਉਮੈ ਦੀ ਪਛਾਣ ਨਹੀਂ। ਵੇਖੋ ਕਿੱਡਾ ਵੱਡਾ ਗੁਣ ਉਹਦਾ ਵੈਦ ਦਾ। ਮੰਨ ਗਿਆ ਨਾ ਕਿ ਮੈਨੂੰ ਹਉਮੈ ਦੀ ਪਛਾਣ ਨਹੀਂ। ਤੇ ਅਸੀਂ ਹਉਮੈ ਚ ਆ ਕੇ ਵੀ ਕਹਿੰਦੇ ਮੈਨੂੰ ਰੱਬ ਦੀ ਪਛਾਣ ਹੈ, ਮੈਨੂੰ ਪਾਠ ਵੀ ਆਉਂਦਾ ਹੈ, ਮੇਰੀ ਤੇ ਅਰਦਾਸ ਮਹਾਰਾਜ ਸੁਣ ਲੈਂਦੇ ਨੇ, ਮੈਂ ਤੇ ਸਵੇਰੇ ਉੱਠ ਜਾਣਾ। ਇਹ ਕੀ ਹੈ? ਪਿਓਰ ਹਉਮੈ। ਸਾਨੂੰ ਨਹੀਂ ਲੱਗਦਾ, ਅਸੀਂ ਧਰਮ ਦਾ ਪੋਚਾ ਮਾਰਿਆ ਹੋਇਆ ਹਉਮੈ। ਦੇਖੋ ਸਿੱਖੀ ਅਤੇ ਧਰਮ ਇਹ ਸਮਝਣ ਦੇ ਵਿਸ਼ੇ ਨੇ ਬਹੁਤ ਬਰੀਕ ਹਨ ਤੇ ਸੌਖੇ ਇੰਨੇ ਨੇ। ਜਿੱਦਣ ਇਹਦੀ ਸਮਝ ਆ ਗਈ ਨਾ, ਨਾਮ ਸਵਾਸ ਸਵਾਸ ਚੱਲਣ ਲੱਗ ਜਾਣਾ। ਵੈਸੇ ਸਾਰੀ ਜ਼ਿੰਦਗੀ ਲੋਕ ਫਿਰਦੇ ਆ ਭੱਜੇ ਜੱਗੇ, ਜਾਂਦਾ ਕਿਸੇ ਦਾ 2 ਮਹੀਨੇ ਜਪ ਲਿਆ, 6 ਮਹੀਨੇ ਜਪ ਲਿਆ, ਫਿਰ ਉਹੀ ਰੰਡੀ ਰੋਣਾ, ਉਹੀ ਹਾਲ ਹੁੰਦਾ। ਕਿਉਂ? ਕਿਉਂਕਿ ਆ ਗੱਲਾਂ ਦੀ ਸਮਝ ਨਹੀਂ ਆ। ਵੈਦ ਨੇ ਸਪਸ਼ਟ ਹੀ ਕਹਿਤਾ, ਮਹਾਰਾਜ ਪਹਿਲਾਂ ਰੋਗ ਦੀ ਪਛਾਣ ਕਰਾਓ, ਫਿਰ ਕੱਟਣ ਦਾ ਜਰੀਆ ਦੱਸਿਓ। ਅਸ ਬਿਦ ਸੁਣੇ ਬੈਦ ਬਚ ਜਬ ਹੀ, ਬਿਸਮੈ ਹੋਏ ਵਿਚਾਰਤ ਤਬ ਹੀ। ਵੈਦ ਆਪਣੇ ਮਨ ਵਿੱਚ ਮਨ ਹੀ ਮਨ ਗੱਲਾਂ ਕਰਦਾ, ਕਹਿੰਦਾ ਆਹ ਗੱਲਾਂ ਮੈਂ ਅੱਜ ਤੱਕ ਸੁਣੀਆਂ ਨਹੀਂ। ਨਾ ਹੀ ਕੋਈ ਇਹੋ ਜਿਹਾ ਮਰੀਜ਼ ਆਇਆ ਜਿਹਨੇ ਆਖਿਆ ਹੋਵੇ ਮੈਨੂੰ ਹਉਮੈ ਦੀ ਦਵਾਈ ਦੇ। ਸੱਟ ਸੀ ਨਾ ਮਾਰੀ ਮਹਾਰਾਜ ਨੇ, ਦੇਖ ਲਓ ਗੁਰੂ ਦਾ ਤਰੀਕਾ ਹੁੰਦਾ। ਵੈਦ ਸੋਚਦਾ ਆਪਣੇ ਮਨ ਦੇ ਨਾਲ, ਕਹਿੰਦਾ ਕੁਛ ਜ਼ਰੂਰ ਇਹਨਾਂ ਕੋਲੇ ਹੈ, ਕੋਈ ਤੇ ਗੱਲ ਹੈ। ਇੰਨੀ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਗੱਲ ਕੌਣ ਕਰ ਸਕਦਾ ਏ? ਕੋ ਨਰ ਇਹ ਨੁਤ ਹੈ ਉਚਾਰੀ, ਸੁਨਤ ਹੋ ਤੋ ਅਬੰਨੇ ਨਨਿਹਾਰੀ। ਤੇ ਮਨ ਹੀ ਮਨ ਸੋਚਿਆ, ਕਹਿੰਦਾ ਮੈਂ ਸੁਣਿਆ ਜ਼ਰੂਰ ਸੀ ਇਹਨਾਂ ਬਾਰੇ, ਲੰਘਦੇ ਵੜਦੇ ਨੇ ਸੁਣਿਆ ਸੀ ਵੀ ਨਾਨਕ ਜੀ ਦੀ ਮਹਿਮਾ ਬੜੀ ਹੈ, ਸਿਫਤ ਬੜੀ ਸੁਣੀ ਸੀ, ਬੜੇ ਚੰਗੇ ਆ। ਕਹਿੰਦਾ ਯਕੀਨ ਜਾਂ ਨਹੀਂ ਸੀ ਹੁੰਦਾ, ਪਰ ਇਹਨਾਂ ਦੀਆਂ ਗੱਲਾਂ ਤੋਂ ਲੱਗਦਾ ਵੀ ਇਹ ਸੱਚਮੁੱਚ ਬਹੁਤ ਚੰਗੇ ਆ। ਬੰਦੇ ਦੇ ਜੀਵਨ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਾ, ਉਹੀ ਉਹਦਾ ਜੀਵਨ, ਉਹੀ ਉਹਦਾ ਸਫ਼ਰ, ਉਹੀ ਉਹਦਾ ਫਿਊਚਰ ਦੱਸਦੀਆਂ ਨੇ। ਤੇ ਸਾਡੇ ਜੀਵਨ ਵਿੱਚ ਤੇ ਨਿੰਦਿਆ ਚੁਗਲੀ ਹੈ, ਲੋਕਾਂ ਦੀਆਂ ਬੁਰਾਈਆਂ ਨੇ, ਤੇ ਫਿਊਚਰ ਵੀ ਸਾਡੇ ਇਹੋ ਜਿਹੇ ਨੇ। ਜੋ ਕੱਲ ਸੀ ਉਹ ਅੱਜ ਆ, ਉਹੀ ਕੱਲ ਹੋਵਾਂਗੇ। ਵੈਦ ਦੀਆਂ ਅੱਖਾਂ 'ਚ ਹੰਝੂ ਆ ਗਏ। ਹਰਦਾਸ ਵੈਦ ਦੇ ਪੜ੍ਹਿਆ ਲਿਖਿਆ ਵੈਦ ਹੈ, ਪਤਾ ਨਹੀਂ ਕਿੰਨੇ ਕੁ ਚੇਲੇ ਚਾਲਣੇ ਉਹਦੇ ਕੋਲ ਸਿੱਖ ਕੇ ਵੈਦਗੀ ਕਰਦੇ ਆ। ਉਹਦੇ ਮਨ 'ਚ ਇੱਕ ਇੱਛਾ ਜਾਗੀ ਪੁੱਛਣ ਦੀ। ਤੁਸੀਂ ਆਪ ਦੱਸੋ ਜੀ, ਕਿਸੇ ਡਾਕਟਰ ਨੂੰ ਜਾ ਕੇ ਆਖੋ ਤੇਰੀ ਦਵਾਈ ਗਲਤ, ਅਗਲਾ ਕਹਿੰਦਾ ਬਾਹਰ ਹੋ ਜਾ ਇੱਥੋਂ, ਤੈਨੂੰ ਕੀ ਪਤਾ ਮੈਂ ਕਿੰਨੀਆਂ ਡਿਗਰੀਆਂ ਕੀਤੀਆਂ। ਹਉਮੈ ਹਉਮੈ ਅੰਦਰ ਗੱਲ ਜਾਣ ਦਿੰਦੀ ਹੈ। ਕਵੀ ਕਹਿੰਦੇ ਵੱਡੇ ਭਾਗ ਸੀ ਜਿਹਨੇ ਮਨ ਵਿੱਚ ਇਹ ਸੋਚ ਲਿਆ ਵੀ ਇਹ ਕੁਝ ਖਾਸ ਨੇ। ਸਮਝੋ ਇਹ ਨਿਮਰਤਾ ਦਾ ਪਹਿਲਾ ਗੁਣ ਆ ਗਿਆ। ਜਿੱਦਣ ਤੁਹਾਡੇ ਵਿੱਚ ਨਿਮਰਤਾ ਆ ਗਈ, ਲੋਕੀ ਤੁਹਾਨੂੰ ਕਹਿਣਗੇ ਵੇਖੋ ਬੰਦਾ ਕਿੱਡਾ ਖਾਸ ਹੈ, ਰਹਿੰਦਾ ਆਮ ਬਣ ਕੇ ਹੈ, ਤੇ ਉਦੋਂ ਲੋਕ ਤੁਹਾਡੀ ਸਿਫਤ ਕਰਨਗੇ। ਹਾਂ ਤੁਸੀਂ ਆਪਣੀ ਆਕੜ ਚੋਂ ਕਮਰ 'ਚ ਕੁੰਡੀ ਲਾ ਕੇ ਬੈਠੇ ਰਹੋ ਵੀ ਮੈਂ ਖਾਸ ਹਾਂ, ਮੈਂ ਮਹਾਨ, ਬੈਠਾ ਰਹਿ, ਤੈਨੂੰ ਕੀ ਹੈ। ਬੜੇ ਆਏ ਚੜ੍ਹਦੇ ਸੂਰਜ, ਬੜੇ ਛਿਪਦੇ ਰਹੇ, ਤੂੰ ਵੀ ਛਿਪ ਜਾਏਗਾ ਇੱਕ ਦਿਨ। ਹਾਂ ਆਮ ਬਣ ਕੇ ਰਹਿ, ਦੁਨੀਆ ਦੇ ਵਿੱਚ ਨੀਵਾਂ ਹੋ ਕੇ ਰਹਿ। ਗੁਣ ਔਗਣ ਰੱਬ ਦੀਆਂ ਦਿੱਤੀਆਂ ਦਾਤਾਂ ਨੇ। ਕਹਿੰਦੇ ਵੈਦ ਤੇ ਕਿਰਪਾ ਗੁਰੂ ਸਾਹਿਬ ਦੇ ਬਚਨਾਂ ਦੀ ਐਸੀ ਹੋਈ, ਉਹ ਸੰਗਤ ਹੋ ਗਈ ਨਾ, ਕੋਲ ਬੈਠਾ ਪ੍ਰਭਾਵ ਪੈ ਗਿਆ। ਮਨ 'ਚ ਖਿਆਲ ਆਉਣ ਲੱਗ ਪਏ ਵੀ ਅੱਜ ਮੇਰੇ ਕੋਲ ਮੌਕਾ ਹੈ, ਕਿਉਂ ਨਾ ਸਭ ਕੁਝ ਪੁੱਛ ਲਵਾਂ। ਕਲਵਾਨ ਇਹ ਸਤ ਅਵਤਾਰਾ, ਬੂਝ ਲਿਓ ਮੈਂ ਹੋਈ ਨਿਸਤਾਰਾ। ਹੱਥ ਜੋੜ ਕੇ ਕਹਿੰਦਾ ਨਾਨਕ ਜੀ ਤੁਸੀਂ ਕਲਾਵਾਨ ਹੋ, ਕਰਾਮਾਤੀ ਹੋ, ਸੱਚੇ ਪੁਰਸ਼ ਹੋ। ਮਰਦ ਕਹਿੰਦੇ ਨਾ ਬਿਲਕੁਲ ਨਹੀਂ, ਜੇ ਮੈਂ ਸੱਚਾ ਹੁੰਦਾ ਮੈਂ ਤੈਨੂੰ ਕਿਉਂ ਕਹਿੰਦਾ ਮੇਰਾ ਰੋਗ ਠੀਕ ਕਰ ਦੇ। ਦੇਖੋ ਨਿਮਰਤਾ ਕਿੰਨੀ ਵੱਡੀ ਹੈ। ਰੱਬ ਨੇ ਰੱਬ ਨਹੀਂ ਕਹਾਇਆ ਸਾਰੇ ਜੀਵਨ ਵਿੱਚ, ਇਹ ਵੱਡਪਣ ਉਹਨਾਂ ਦਾ। ਦੁਨੀਆ ਦੇ ਧਰਮ ਪੜ੍ਹ ਕੇ ਵੇਖ ਲਓ, ਛੋਟੇ ਛੋਟੇ ਬੰਦੇ ਰੱਬ ਬਣੀ ਫਿਰਦੇ ਸੀ। ਸਤਿਗੁਰ ਕਹਿੰਦੇ ਨਹੀਂ, ਕਹਿੰਦਾ ਮਰਦ ਤੁਸੀਂ ਕਰਾਮਾਤੀ ਹੋ, ਕਲਾਵਾਨ ਹੋ, ਵੱਡਪਣ ਹੈ ਤੁਹਾਡਾ, ਤੁਸੀਂ ਅੰਤਰੀਵ ਤੋਂ ਬਹੁਤ ਗਹਿਰੇ ਹੋ। ਤੇ ਜੇ ਤੁਸੀਂ ਇੰਨੇ ਗਹਿਰੇ ਹੋ ਤੇ ਮੇਰੇ ਤੇ ਵੀ ਕਿਰਪਾ ਕਰਦੇ। ਮੇਰੇ ਕਰਮ ਚੰਗੇ ਨੇ, ਮੈਂ ਪਿਆਸਾ ਖੂਹ ਕੋਲ ਚੱਲ ਕੇ ਰੱਬ ਸਬੱਬੀ ਆ ਗਿਆ। ਮੈਨੂੰ ਇਸ ਨਾਮ ਅੰਮ੍ਰਿਤ ਦੀ ਦਾਤ ਦੇਵੋ।
ਬੰਦ ਹੱਥ ਦੋ ਬਚਨ ਬਿਖਾਨਾ, ਤੁਮਰੇ ਬਚਨ ਸੁਨ ਅਵਲ। ਬੰਦ ਹੱਥ ਅਸ ਵਿਚਾਰ ਕਰ ਬੈਦ ਸਿਆਨਾ, ਬਾਂਦੇ ਹੱਥ ਦੋ ਬਚਨ ਬਖਾਨਾ। ਵੈਦ ਦੋਨੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੇਰੇ ਦਿਲ ਦੀ ਚਾਹਤ ਹੈ, ਕੋਈ ਬਚਨ ਸੁਣਾ ਦਿਓ। ਮਹਾਰਾਜ ਕਹਿੰਦੇ ਨਹੀਂ ਭਾਈ, ਕਹਿੰਦਾ ਨਹੀਂ ਬੇਨਤੀ ਹੈ, ਅਰਜ਼ ਕੀਤੀ ਉਹਨੇ, ਚਾਹਤ ਆ ਨਾ। ਬਾਣੀ ਇਸੇ ਨੂੰ ਕਹਿੰਦੀ ਹੈ, ਬਿਨ ਗੁਣ ਗਾਹਕ ਵੇਚੀਐ ਤਾਉ ਗੁਣ ਸਹਿਬੋ ਜਾਏ, ਗੁਣ ਕਾ ਗਾਹਕ ਜੀ ਮਿਲੈ ਤਾਉ ਗੁਣ ਲੱਖ ਵਿਖਾਏ। ਹੁਣ ਤੁਸੀਂ ਕਿਸੇ ਉਹ ਬੰਦੇ ਨੂੰ ਜਿਹਨੂੰ ਚੀਜ਼ ਦੀ ਲੋੜ ਨਹੀਂ, ਕਦਰ ਨਹੀਂ, ਜਾ ਕੇ ਵਿੱਚੋਂ ਇੰਨੇ ਦੀ ਦੇ ਦਿਆਂਗੇ, ਉਹ ਕਹਿੰਦਾ ਯਾਰ ਤੂੰ ਲੱਖ ਦੀ ਛੱਡ, ਤੂੰ 10 ਦੀ ਵੀ ਦੇ, ਮੈਂ ਤਾਂ ਵੀ ਨਹੀਂ ਦੇਣਾ। ਮੁੱਲ ਵੀ ਨਾ ਹੈ। ਜਿਹਨੂੰ ਕਦਰ ਦਾ ਪਤਾ ਹੈ ਉਹ ਬਾਜ਼ਾਰ ਵਿੱਚ ਲੱਭਦਾ ਫਿਰਦਾ। ਸਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ, ਕਈ ਵਾਰ ਉਹ ਕਿਸੇ ਦੁਕਾਨ ਤੇ ਅਵੇਲੇਬਲ ਨਹੀਂ ਹੁੰਦੀ, ਅਸੀਂ ਸਾਰਾ ਚੰਡੀਗੜ੍ਹ ਮੋਹਾਲੀ ਛਾਣ ਮਾਰੀਦਾ ਵੀ ਕਿੱਥੋਂ ਮਿਲੂਗੀ ਉਹ, ਤੇ ਇੱਕ ਦੇ ਕੋਲ ਕਬਾੜਖਾਨੇ 'ਚ ਪਈ ਹੁੰਦੀ ਹੈ, ਉਹਨੂੰ ਕਦਰ ਹੀ ਨਹੀਂ ਹੁੰਦੀ, ਬਸ ਇੱਦਾਂ ਖਰਾਬ ਹੋ ਗਈ। ਗੁਣ ਦੀ ਕਦਰ ਜਿਹਨੂੰ ਹੈ ਨਾ ਉਹ ਪੁੱਛੇਗਾ। ਅੱਜ ਬੜੇ ਲੋਕ ਕਹਿੰਦੇ ਆ ਸਾਨੂੰ ਪਾਠ ਸਿਖਾ ਦਿਓ ਜੀ, ਹਰੇਕ ਹੀ ਕਹਿੰਦਾ ਹਰੇਕ ਨੂੰ। ਕਿੰਨਿਆਂ ਨੂੰ ਕਦਰ ਹੈ? ਜਿਹਨੇ ਸਿੱਖਣਾ ਉਹ ਆਪ ਪੋਥੀ ਲੈ ਕੇ ਆ ਕੇ ਬਹਿੰਦਾ ਜੀ ਕਰੋ ਕਿਰਪਾ ਸਿਖਾਓ। ਅੱਜ ਕੱਲ੍ਹ ਲੋਕ ਪਤਾ ਕੀ ਕਹਿੰਦੇ, ਘਰੋਂ ਆ ਕੇ ਸਿਖਾ ਦਿਓ ਜੀ। ਬਾਈ ਜਿੰਨੀ ਕੁ ਕਦਰ ਤੂੰ ਸਿਖਾਉਣ ਵਾਲੀ ਦੀ ਕਰੇਗਾ ਉਨੀ ਕੁ ਪਾਠ ਦੀ ਕਰੇਗਾ। ਜਿਹਨੂੰ ਲੋੜ ਹੈ, ਹੁਣ ਬੱਚੇ ਨੂੰ ਵਿਦਿਆ ਦੀ ਲੋੜ ਹੈ, ਸਕੂਲ ਜਾਂਦਾ ਕਿ ਨਹੀਂ ਜਾਂਦਾ? ਜ਼ਿੰਦਗੀ ਦੇ 10-12 ਸਾਲ ਆਪਣਾ ਕੀਮਤੀ ਬਚਪਨ ਸਕੂਲ ਲਾਉਂਦਾ ਕਿ ਨਹੀਂ ਲਾਉਂਦਾ? ਜਦੋਂ ਧਰਮ ਦੀ ਗੱਲ ਆ ਤੇ ਅਸੀਂ ਕਹਿੰਦੇ ਲੈ ਸਿੱਖਿਆ ਹੀ ਹੋਇਆ ਹੈ, ਆਉਂਦਾ ਹੀ ਹੈ, ਬਸ ਜਿਹੜਾ ਆਉਂਦਾ ਹੀ ਹੈ ਫਿਰ ਉਹ ਜਿਹੀ ਤਾਰੂਗਾ। ਖੁਦਾ ਦਾ ਨਾਮ ਤਾਰਨਾ ਤੈਨੂੰ ਉਹਨੇ ਹੈ ਜਿੱਥੇ ਤੈਨੂੰ ਕਦਰ ਹੋਏਗੀ, ਤੈਨੂੰ ਪਿਆਰ ਹੋਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨਮੁਖੋਂ ਨੇ ਕਦਰਦਾਨ ਬਣ ਕੇ ਆਖਿਆ ਮੈਨੂੰ ਉਪਦੇਸ਼ ਦਿਓ। ਐਵੇਂ ਬੇਵਜ੍ਹਾ ਕਿਸੇ ਨੂੰ ਜਾ ਕੇ ਸਲਾਹ ਦਓਗੇ, ਬੇਇੱਜ਼ਤੀ ਕਰਾਉਣ ਵਾਲਾ ਕੰਮ ਨਹੀਂ ਹੈ। ਜਿੱਥੇ ਤੁਹਾਨੂੰ ਕੋਈ ਆ ਕੇ ਪੁੱਛੇ ਜੀ ਮੈਨੂੰ ਸਲਾਹ ਚਾਹੀਦੀ, ਐਡਵਾਈਸ ਚਾਹੀਦੀ, ਦੱਸੋਗੇ, ਉਹ ਬੰਦਾ ਇੱਜ਼ਤ ਵੀ ਕਰਦਾ ਜੀ ਇਹਨੇ ਮੈਨੂੰ ਸਲਾਹ ਦਿੱਤੀ ਸੀ, ਵੇਖੋ ਮੇਰਾ ਭਲਾ ਹੋ ਗਿਆ। ਤੇ ਧੱਕੇ ਨਾਲ ਸਲਾਹ ਦੇ ਦਿਓ ਕਿਸੇ ਨੇ, ਤੁਹਾਡੀ ਮਨ ਵੀ ਲਈ ਕੰਮ ਖਰਾਬ ਹੋ ਗਿਆ, ਕਹਿੰਦਾ ਉਹਨੇ ਮੈਨੂੰ ਜਾਣ ਬੁੱਝ ਕੇ ਕਿਹਾ ਸੀ ਇੱਥੇ ਫਸਣ ਲਈ, ਸਾਤਾ ਮੈਨੂੰ। ਤੇ ਗੁਰਬਾਣੀ ਹਮੇਸ਼ਾ ਇਹੀ ਕਹਿੰਦੀ ਹੈ ਤੂੰ ਕਦਰਦਾਨ ਬਣ ਕੇ ਗੁਰੂ ਘਰ ਆ। ਸਤ ਸੰਗ ਵਿੱਚ ਜਦ ਬੈਠੇਗਾ ਨਾ ਤੇਰੇ ਅੰਦਰ ਇੱਕ ਚਾਹਤ ਪੈਦਾ ਹੋਊਗੀ ਸਿੱਖਣ ਦੀ, ਵੀ ਮਹਾਰਾਜ ਉਪਦੇਸ਼ ਦੇ ਦਿਓ, ਸਤਿਗੁਰ ਦੀ ਬਾਣੀ ਅਰਥ ਸਿਖਾ ਦਿਓ, ਗੁਰੂ ਸਾਹਿਬ ਅਰਦਾਸ ਕਰੇਗਾ ਨਾ ਤੇ ਫਿਰ ਤੈਨੂੰ ਆਨੰਦ ਕਿੰਨਾ ਆਊਗਾ। ਐਵੇਂ ਧੱਕੇ ਨਾਲ ਬਿਠਾ ਕਿਸੇ ਨੂੰ ਕਥਾ ਸੁਣਾਓ, ਧੱਕੇ ਨਾਲ ਬਿਠਾ ਕੇ ਆ ਜਾ ਤੂੰ ਵੀ ਕੀਰਤਨ ਸੁਣ ਲਾ, ਜਾ ਤੂੰ ਵੀ ਲੰਗਰ ਛਕ ਲਾ, ਕਿੰਨੀ ਕਦਰ ਕਰਦਾ ਅਗਲਾ ਜੀ। ਇੱਕ ਜਿਹੜਾ ਚੱਲ ਕੇ ਆਊਗਾ ਦੂਜੇ ਨੂੰ ਕਹਿੰਦਾ ਚੁੱਪ, ਮਸਾਂ ਦੇ ਟਾਈਮ ਕੱਢ ਕੇ ਬੋਲੀ ਨਾ, ਆਨੰਦ ਲਓ। ਸਤਿਗੁਰਾਂ ਦੇ ਸਨਮੁਖੋਂ ਤੇ ਪੈਰੀ ਹੱਥ ਲਾ ਕੇ ਕਹਿੰਦਾ ਮਹਾਰਾਜ ਉਪਦੇਸ਼ ਦੇ ਦਿਓ, ਮੈਂ ਸੁਣਨੇ ਚਾਹੁੰਦਾ ਤੁਹਾਡੇ ਬਚਨ। ਕਿੰਨਾ ਆਨੰਦ ਆਉਂਦਾ ਜਦੋਂ ਕੋਈ ਆਖੇ ਵੀ ਮੈਂ ਸੁਣਨੀ ਚਾਹੁੰਦਾ ਬਾਣੀ ਤੇ ਤੂੰ ਸੁਣਾ। ਉੱਥੇ ਫਰਕ ਆ ਨਾ, ਆਨੰਦ ਆ ਨਾ। ਤੇ ਇੱਕ ਨੂੰ ਧੱਕੇ ਨਾਲ ਕਹਿ ਤੂੰ ਬਹਿ ਓਏ ਤੈਨੂੰ ਮੈਂ ਪਾਠ ਸੁਣਾਉਣਾ, ਉਹ ਵਿਚਾਰਾ ਮੇਰੇ ਵਰਗਾ ਸੁੱਤਾ ਪਿਆ ਰਹਿੰਦਾ ਪਾਠ 'ਚ, ਕਦਰ ਨਹੀਂ ਹੈ, ਰਮਜ ਨਹੀਂ ਪਛਾਣਦਾ। ਗੁਰੂ ਸਾਹਿਬ ਦੇ ਸਨਮੁਖ ਜਦੋਂ ਹੱਥ ਜੋੜੇ ਕਹਿੰਦਾ ਮਹਾਰਾਜ ਕਿਰਪਾ ਕਰ ਦਿਓ, ਮੈਂ ਆਪ ਜੀ ਦੇ ਇਹਨਾਂ ਗੰਭੀਰ ਬਚਨਾਂ ਨੂੰ ਦਿਲ ਤੋਂ ਸੁਣਨਾ ਚਾਹੁੰਦਾ ਹਾਂ। ਤੁਮਰੇ ਬਚਨ ਸੁਣਨ ਅਬਲਖਾ, ਵਦੀ ਮੋਹੀ ਮਨ ਜਿਉ ਤਰ ਸਖਾ। ਕਹਿੰਦਾ ਪਾਤਸ਼ਾਹ ਮੇਰੇ ਮਨ ਦੀ ਬਿਰਤੀ ਏਦਾਂ ਵੱਧ ਗਈ ਅਮਰਵੇਲ ਵਾਂਗੂ। ਅਮਰਵੇਲ ਜਾਣਦੇ ਹੋ ਜੀ, ਸਾਰੇ ਦਰਖਤ ਤੇ ਕਬਜ਼ਾ ਕਰ ਲੈਂਦੀ ਹੈ। ਪਾਤਸ਼ਾਹ ਮੇਰਾ ਮਨ ਏਦਾਂ ਚਾਹੁੰਦਾ ਵੀ ਤੁਸੀਂ ਸੁਣਾਈ ਜਾਓ ਤੇ ਮੈਂ ਸੁਣੀ ਜਾਵਾਂ। ਸੁਣਾਓ ਰੱਬ ਦੇ ਘਰ ਦੀ ਗੱਲ, ਸੁਣਾਓ ਗਹਿਰੀ ਗੱਲ, ਅੰਦਰ ਦੀ ਗੱਲ ਕੀ ਹੈ ਜਿਹਨੂੰ ਮੈਂ ਜਾਣਦਾ ਨਹੀਂ। ਕਰਨਾ ਕਰ ਜੋ ਸਭ ਬਿਰਤਾਂਤਾ, ਕਹੋ ਆਪ ਜਿਉ ਮੁਝ ਹੋਈ ਸ਼ਾਂਤਾ। ਸਤਿਗੁਰ ਕਹਿੰਦੇ ਵੈਦ ਜੀ ਸੱਚਮੁੱਚ ਸਮਝਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ? ਕਹਿੰਦਾ ਮਾਲਕ ਜੀ ਬਿਲਕੁਲ ਦਿਲੋਂ ਚਾਹੁੰਦਾ ਸੁਣਨਾ। ਸੁਣਦੇ ਆਪਾਂ ਬੜੀਆਂ ਲੋਕਾਂ ਦੀਆਂ, ਕਈ ਵਾਰ ਇਹ ਸੁਣਦੇ ਹੁੰਦੇ ਆ ਵੀ ਸਾਹਮਣੇ ਵਾਲਾ ਕੀ ਬੋਲਦਾ, ਮੈਨੂੰ ਤੇ ਪਤਾ ਹੁੰਦਾ ਗੱਲ ਦਾ, ਇਹ ਕੀ ਕਹੂਗਾ, ਹੁੰਦਾ ਨਾ ਕਈ ਵਾਰ ਸਿਆਣਪ ਸਾਡੀ। ਪਰ ਇੱਕ ਬੜੀ ਸ਼ਰਧਾ ਨਾਲ ਕਹਿੰਦਾ ਸੁਣਾਓ ਰੱਬ ਦੀ ਗੱਲ, ਉਹ ਆਨੰਦ ਲੈਣਾ ਚਾਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਆ ਜਾ ਫਿਰ ਬਰਾਬਰ ਬਹਿ ਜਾ ਮੇਰੇ। ਇਹ ਨਹੀਂ ਕਿਹਾ ਥੱਲੇ ਬਹਿ ਜਾ, ਭੂਜੇ ਬਹਿ ਜਾ, ਉਹ ਪੈਰ ਲਟਕਾ ਕੇ ਬੈਠਾ ਸੀ ਵੈਦ। ਸਤਿਗੁਰ ਕਹਿੰਦੇ ਉੱਪਰ ਚੌਕੜਾ ਮਾਰ ਲਾਵਾਂਗੇ, ਬਿਠਾ ਲਿਆ ਸਾਹਮਣੇ, ਆਮੋ ਸਾਹਮਣੇ ਹੋ ਗਏ, ਕੰਬਲੀ ਲਈ ਹੋਈ ਹੈ, ਵੈਦ ਵੀ ਉਸੇ ਕੰਬਲੀ 'ਚ ਬੈਠੇ। ਪਿਤਾ ਜੀ ਦਰਵਾਜ਼ੇ 'ਚ ਖੜੇ ਵੇਖਦੇ, ਕਹਿੰਦੇ ਤਾਂ ਤੇ ਕੰਮ ਇਹੀ ਹੈ, ਲੱਗ ਚੰਗਾ ਭਲਾ ਬੋਲਣ। ਜਿਹੜਾ ਆਉਂਦਾ ਪੜਨ ਜਾਂਦਾ ਉਹਨੂੰ ਸਮਝਾਉਣ ਲੱਗ ਜਾਂਦਾ, ਆਪ ਇਹਦੇ ਪੱਲੇ ਕੱਖ ਨਹੀਂ, ਆਖੋ ਸਤਿਨਾਮ, ਉਹ ਕਹਿ ਕੇ ਨਿਕਲ ਗਏ ਬਾਹਰ। ਤੇ ਮਾਂ ਵੇਖ ਬੜੀ ਹੈਰਾਨ ਹੈ, ਮਾਤਾ ਪ੍ਰਭਾਵਿਤ ਹੋ ਰਹੀ ਨੇ ਆਪਣੇ ਪੁੱਤਰ ਦੇ ਵਿਚਾਰਾਂ ਤੋਂ, ਕਿਉਂਕਿ ਕਿਰਪਾ ਸਤਿਗੁਰ ਕਰਦੇ ਆ, ਫਿਰ ਮਾਇਆ ਦਾ ਮੋਹ ਪਾ ਕੇ ਭੁਲਾ ਦਿੰਦੇ ਆ ਬਾਅਦ 'ਚ।
ਜੁੜ ਮਾਤਾ ਜੀ ਜਾਂਦੇ ਆ। ਫਿਰ ਗੁਰੂ ਸਾਹਿਬ ਦੇ ਸਨਮੁਖ ਵੈਦ ਬਹਿ ਕੇ, ਚਿੱਟਾ ਦਾੜਾ ਮੁਖ ਤੇ, ਬਜ਼ੁਰਗ ਨੇ, ਨੇਤਰਾਂ ਤੇ ਵੀ ਉਹਨਾਂ ਦੇ ਭਰਵੱਟੇ ਲੰਬੇ ਆ, ਵਾਲ ਲੰਬੇ ਨੇ। ਹਰਦਾਸ ਵੈਦ ਦੇ ਹੱਥ ਜੋੜੀ ਬੈਠੇ ਗੁਰੂ ਸਾਹਿਬ ਦੇ ਸਨਮੁਖ। ਮਰਦ ਕਹਿੰਦੇ ਤੁਸੀਂ ਕੌਣ? ਪਹਿਲਾ ਸਵਾਲ ਸੀ, ਜਵਾਬ ਨਹੀਂ ਆਇਆ। ਸੱਚੀ ਗੱਲ ਹੈ, ਤੁਸੀਂ ਮੈਨੂੰ ਪੁੱਛੋ ਮੈਂ ਕੌਣ ਹਾਂ, ਮੈਂ ਝੱਟ ਕਹਾਂ ਅਰਜਿੰਦਰ ਸਿੰਘ। ਇਹ ਤੇ ਮੇਰੇ ਸਰੀਰ ਦਾ ਨਾਂ ਹੈ, ਨਾਲੇ ਮੇਰਾ ਨਾਂ ਥੋੜ੍ਹੀ ਹੈ, ਮੇਰੇ ਘਰਦਿਆਂ ਨੇ ਰੱਖਿਆ ਹੋਇਆ ਹੈ। ਜੰਮਣ ਤੋਂ ਕਿੰਨੇ ਦਿਨ ਬਾਅਦ ਰੱਖਿਆ ਗਿਆ? 10 ਦਿਨ, 12 ਦਿਨ, 15 ਦਿਨ, ਇੱਦਾਂ ਹੀ ਹੋਊਗਾ। ਤੇ ਫਿਰ ਜਦੋਂ ਇਹ ਨਾਮ ਸਾਡਾ ਨਹੀਂ, ਦਿੱਤਾ ਹੋਇਆ ਨਾਮ ਹੈ, ਸਰਨੇਮ ਦਿੱਤੇ ਹੋਏ ਆ ਸਾਡੇ, ਪਰ ਸਾਡਾ ਨਾਂ ਤੇ ਹੈ ਨਹੀਂ। ਨਾ ਮੈਂ ਸਰੀਰ ਆ, ਨਾ ਮੈਂ ਰੂਹ ਆ, ਨਾ ਮੈਂ ਮਨ ਆ। ਫਿਰ ਕਿੱਦਾਂ ਪਰਿਚਾ ਦਊਂਗੇ ਆਪਣਾ? ਬਾਹਰੋਂ ਤਾਂ ਅਸੀਂ ਕਹਿ ਦਾਂਗੇ ਮੈਂ ਫਲਾਣਾ ਸਿੰਘ, ਉੱਥੇ ਮੇਰਾ ਘਰ ਹੈ। ਧਰਮ ਦੀ ਦੁਨੀਆ 'ਚ ਮਰਦ ਨੇ ਸਵਾਲ ਕੀਤਾ, ਤੂੰ ਕੌਣ ਹੈ? ਅੱਖਾਂ ਨੀਵੀਆਂ ਹੋ ਗਈਆਂ, ਵੈਦ ਨੂੰ ਜਵਾਬ ਨਹੀਂ ਆਇਆ। ਕਮਲ ਬਦਨ ਕਰਨਾ ਗੁਣ ਮੰਦਰ, ਬੋਲੇ ਬਚਨ ਬਿਰਦੁਲ ਬਰ ਸੁੰਦਰ। ਜਿਸ ਵੇਲੇ ਵੈਦ ਜੀ ਚੁੱਪ ਹੋ ਗਏ, ਸਮਝ ਹੀ ਨਹੀਂ ਆਈ, ਅੱਖਾਂ ਬੰਦ ਕਰਕੇ ਅੰਦਰ ਧਿਆਨ ਕੀਤਾ ਵੀ ਮੈਂ ਕੌਣ, ਮੈਂ ਕੌਣ। ਕੰਨਾਂ 'ਚ ਆਵਾਜ਼ ਗੂੰਜਦੀ, ਮੈਂ ਕੌਣ ਆ? ਦੱਸ ਸਕਦੇ ਹਾਂ ਆਪਾਂ? ਪਹਿਲਾ ਸਵਾਲ ਆ ਮੈਂ ਕੌਣ ਆ, ਦੂਜਾ ਸਵਾਲ ਆਇਆ ਕਿੱਥੋਂ ਆ? ਕਿੱਥੋਂ ਆਏ ਆ ਜੀ? ਪਤਾ ਸਾਨੂੰ? ਇਸ ਜਨਮ ਤੋਂ ਪਹਿਲਾਂ ਤੁਸੀਂ ਕੌਣ ਸੀ? ਕਿੱਥੇ ਰਹਿੰਦੇ ਸੀ? ਕਦੋਂ ਆਏ? ਕਿੰਨੀ ਵਾਰ ਦੁਨੀਆ ਤੇ ਆਏ? ਕੀ ਪਤਾ ਹੈ ਕਿ ਅੱਗੇ ਕਿੱਥੇ ਜਾਣਾ? ਤਿੰਨਾਂ ਸਵਾਲਾਂ ਦੇ ਜਵਾਬ ਸੰਸਾਰੀ ਬੰਦਿਆਂ ਕੋਲ ਕਦੇ ਵੀ ਨਹੀਂ ਹੁੰਦੇ, ਤੇ ਭਗਤੀ ਵਾਲਿਆਂ ਕੋਲ ਤਿੰਨ ਛੱਡੋ, ਜਿਹੜੇ ਮਰਜ਼ੀ ਦਾ ਜਵਾਬ ਪੁੱਛ ਲਓ, ਹਾਜ਼ਰ ਜਵਾਬ ਹੁੰਦੇ ਆ, ਕਿਉਂਕਿ ਪ੍ਰੈਜ਼ੈਂਟ ਨੇ ਹਰ ਥਾਂ ਤੇ। ਜਦੋਂ ਮਰਦ ਦਾ ਬਚਨ ਸੁਣ ਕੇ ਉਹਨੇ ਸਿਰ ਨੀਵਾਂ ਕਰ ਲਿਆ, ਮਰਦ ਬੜੇ ਪਿਆਰ 'ਚ ਕਹਿੰਦੇ ਵੈਦ ਜੀ ਚਿੰਤਾ ਕਰਨ ਵਾਲੀ ਗੱਲ ਕੋਈ ਨਹੀਂ ਹੈ, ਤੁਸੀਂ ਕੌਣ ਹੋ ਇਹ ਪਛਾਣਨ ਦੀ ਕੋਸ਼ਿਸ਼ ਕਰੋ। ਕੌਣ ਹੋ ਤੁਸੀਂ? ਬੜੇ ਮਿੱਠੇ ਬੋਲ ਸਨ ਗੁਰੂ ਨਾਨਕ ਸਾਹਿਬ ਦੇ, ਅੰਮ੍ਰਿਤ ਵਰਗੇ ਭਿੱਜੇ ਹੋਏ ਜੋ ਵੈਦ ਨੂੰ ਬੋਲੇ ਹਨ। ਧਨ ਹੋਮੈ ਮਮਤਾ ਸੁਖ ਨੇਰੀ, ਸਭ ਬਿਆ ਧਨ ਕੀ ਮੂਲ ਵਧੇਰੀ। ਮਰਦ ਕਹਿੰਦੇ ਤੁਸੀਂ ਨਹੀਂ ਪਛਾਣ ਸਕਦੇ, ਦੁਨੀਆ ਨਹੀਂ ਪਛਾਣ ਸਕਦੀ ਵੈਦ ਜੀ। ਮਮਤਾ ਤੇ ਹਉਮੈ ਵੱਡੀਆਂ ਚੀਜ਼ਾਂ ਨੇ, ਦੋਨਾਂ ਨੇ ਸੰਸਾਰ ਗ੍ਰਸਿਆ ਹੋਇਆ। ਆਖੋ ਸਤਿਨਾਮ। ਮਮਤਾ ਆਪਣੇ ਟੱਬਰ ਦੀ ਹੈ, ਹਉਮੈ ਆਪਣੇ ਸਰੀਰ ਦੀ, ਦੋਨਾਂ ਨੇ ਬੰਦੇ ਨੂੰ ਖਾਧਾ ਹੋਇਆ ਹਰ ਵੇਲੇ। ਗੁਰੂ ਨਾਨਕ ਸਾਹਿਬ ਦੇ ਬਚਨ ਜਦੋਂ ਸੁਣੇ ਚੰਗੇ ਲੱਗੇ, ਕਿਉਂਕਿ ਸੱਚ ਸੀ ਜੀਵਨ ਵਿੱਚ। ਗੁਰੂ ਸਾਹਿਬ ਆਇਨਾ ਸ਼ੀਸ਼ਾ ਵਿਖਾ ਰਹੇ ਨੇ ਜ਼ਿੰਦਗੀ ਦਾ। ਵੈਦ ਜੀ ਮਮਤਾ ਹੋ ਗਈ ਵੱਡੀ ਜੀਵਨ ਤੇ ਹਉਮੈ। ਦੋ ਚੀਜ਼ਾਂ ਦਾ ਪ੍ਰਭਾਵ ਜੰਮਣ ਵਾਲੇ ਹਰ ਵਿਅਕਤੀ ਤੇ ਹੁੰਦਾ ਹੈ, ਹਰ ਇੱਕ ਵਸੇ। ਬੱਚਾ ਮਮਤਾ 'ਚ ਹੈ, ਉਹਦੀ ਮਾਂ ਮਮਤਾ 'ਚ ਹੈ, ਪਿਓ ਮਮਤਾ 'ਚ ਹੈ, ਦਾਦਾ ਦਾਦੀ ਸਾਰਾ ਦਿਨ ਉਹ 'ਚ ਭਿੱਜੇ ਰਹਿੰਦੇ ਆ, ਤੇ ਰੱਬ ਕੀ ਕਰੂਗਾ? ਨਿਕਲ ਹੀ ਨਹੀਂ ਸਕਦੇ। ਕਿਉਂ? ਕਿਉਂਕਿ ਰੱਬ ਨੇ ਇਹ ਮਾਇਆ ਦਾ ਮੋਹ ਐਸਾ ਪਾਇਆ ਹੋਇਆ ਹੈ, ਭਗਤੀ ਕਰਦਿਆਂ ਵੀ ਕਿਤੇ ਪੁੱਤ ਪੋਤੇ ਦੇ ਸੱਟ ਵੱਜ ਡਿੱਗ ਜੇ ਤੇ ਗੁਟਕਾ ਸਭ ਹੱਥਾਂ ਨੂੰ ਨਿਕਲ ਜਾਂਦਾ ਹੈ। ਇਹਨੂੰ ਮੋਹ ਮਾਇਆ ਕਹਿੰਦੇ ਆ। ਆਖੋ ਸਤਿਨਾਮ। ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਜਿਗਰ ਦੇ ਟੁਕੜੇ ਸ਼ਹੀਦ ਹੋ ਰਹੇ ਨੇ। ਡਿੱਗਾ ਵੀ ਹੱਥ ਚੋਂ ਤੀਰ, ਡਿੱਗਾ ਕਮਾਨ। ਸਾਹਿਬਜ਼ਾਦੇ ਨੀਹਾਂ 'ਚ ਸ਼ਹੀਦ ਹੁੰਦੇ, ਮਾਂ ਗੁਜਰ ਕੌਰ ਦੇ ਨੇਤਰਾਂ 'ਚ ਅਥਰੂ ਡਿੱਗਾ ਕੋਈ ਨਹੀਂ, ਕਿਉਂਕਿ ਮੋਹ ਤੋਂ ਵੱਖਰੇ ਸੀ, ਮਾਇਆ ਤੋਂ ਉੱਚੇ ਸੀ, ਹਉਮੈ ਤੋਂ ਨਿਰਲੇਪ ਸਨ। ਗੁਰੂ ਨਾਨਕ ਸਾਹਿਬ ਕਹਿੰਦੇ ਵੈਦ ਜੀ ਮਨੁੱਖ ਚਾਹ ਕੇ ਵੀ ਇਹ ਚੋਂ ਨਿਕਲ ਸਕਦਾ ਨਹੀਂ। ਆਤਮ ਤਨ ਤੇ ਲਖੀਐ ਨਿਆਰੋ, ਚੇਤਨ ਜੜ ਨੀਕੇ ਨਿਰਧਾਰੋ। ਹੁਣ ਸਤਿਗੁਰ ਤੇ ਦੱਸ ਰਹੇ ਨੇ, ਵੈਦ ਨੇ ਪੁੱਛਿਆ ਪਹਿਲਾਂ ਮੈਨੂੰ ਬਿਮਾਰੀ ਦੀ ਪਛਾਣ ਕਰਾ ਦਿਓ, ਪਛਾਣ ਕਰਾ ਰਹੇ ਨੇ। ਗੁਰੂ ਸਾਹਿਬ ਆਖਣ ਲੱਗੇ, ਕਹਿੰਦੇ ਮਮਤਾ ਕਹਿੰਦੀ ਹੈ ਮੇਰਾ ਏ, ਹਉਮੈ ਕਹਿੰਦੀ ਮੈਂ ਆ। ਮੈਂ ਤੇ ਮੇਰਾ ਇੱਥੇ ਫਸਿਆ ਨਾ, ਤੇ ਫਿਰ ਬਾਣੀ ਨੇ ਕੀ ਖੋਲਿਆ? ਮੇਰੀ ਮੇਰੀ ਕੈਰੋ ਕਰਤੇ ਦੋਜੋ ਦੰਥੇ ਭਾਈ, ਬਾਰ ਹੈ ਜੋ ਜਨ ਛਤਰ ਚਲੇ ਥਾ ਦੇਹੀ ਵਿਰਜਨਾ ਖਾਈ। ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੀ ਅਧਿਕਾਰੀ। ਕੀਤਾ ਨਾ ਜ਼ਿਕਰ ਗੁਰੂ ਸਾਹਿਬ ਨੇ। ਕੌਣ ਸੀ ਇਹ? ਮੈਂ ਮੇਰੀ ਆਈ ਸੀ, ਤੇ ਸਾਰਾ ਸੰਸਾਰ ਹੀ ਉਦਾਂ ਦਾ ਹੈ। ਗੁਰੂ ਸਾਹਿਬ ਕਹਿੰਦੇ ਇਸ ਹਉਮੈ ਕਰਕੇ, ਇਸ ਮੈਂ ਕਰਕੇ ਬੰਦਾ ਦੋ ਚੀਜ਼ਾਂ ਨੂੰ ਨਹੀਂ ਜਾਣਦਾ, ਸਿਰਫ ਸਰੀਰ ਬਾਰੇ ਜਾਣਦਾ ਹੈ।
आत्मा बारे नहीं जानता। कौन जानता साढ़े चो आत्मा बारे? पता ही नहीं सानू आत्मा कहण नूं असीं जानते आत्मा हुंदी है, ते जे जानते फिर ये भी कही जाते मरे तो आत्मा भटक गई है। जदों कहता भी आत्मा परमात्मा फिर भटक किवें रही है? पहले तो ये नहीं पता दुनिया नूं। गुरु साहब कहते आत्मा वखरी है, शरीर वखरा है, पर मनुख ने सारिਆਂ ਨੂੰ ਇੱਕੋ ਹੀ बनाया ਹੋਇਆ है। आ शरीर फिजिकल बॉडी आत्मा नहीं है। साढ़े 3 शरीर ने, 2 शरीरों का तो सानू पता ही नहीं है, कदे अज तक नहीं पता लगे किसी को। दुनिया आई चलेगी जमाने तो आ बाहर स्थूल शरीर है, एक ये तो अंदर है कारण शरीर जिहदे नाल मन अटैच है। हुण देखो तुहाडा मन दुखी है किसी गल करके, भुख तुहाडे बाहरले शरीर नूं नहीं लगदी। मन कहता मैनू नींद नहीं आती, मैनू चैन नहीं आता, तो बाहरले शरीर नूं भी सौण नहीं दे रहा, वो भी उठिया बैठा है। एक वो अंदर शरीर है सूक्ष्म, जिहदे ते साडे सारे पापां दी परत चढ़ के चंगे माड़े कर्म धर्म राज उड़ जाने। हुण 3 शरीरां दे मालक असीं आ, पर हौमे एक दी चक्की फिरदे जिहड़ा बाहर है। आत्मा नूं किसी ने भी नहीं पछाणिया। मर्द कहते आत्मा अते शरीर बिल्कुल सौखे विजन तो मर्द दस रहे, आपां बहुता डीप नहीं जाना, डूंगा नहीं जाना। गुरु साहब कहते दोने अलग अलग ने। वैद जी दोनों ही अलग ने। वैद बड़ा क्योंकि वैद के स्थूल शरीर बारे जानता है भी ये विच मिट्टी पानी अग्नि आकाश हवा, तो फिर 3 चीज़ां वड्डियां ने, वो किहड़ियां ने? कफ पित्त वाए, उत्ते बाहर दे शरीर दियां ने। रोग ते कारण शरीर नूं लगा होया है, जिहदे करके ये भटकदा फिरदा ए। निर्विकार पुन जान असंगा, भ्रम भंगो तब है ए भंगा। सतगुर आखण लगे कहंदे जिहड़ा निर्विकार शरीर है, निर्विकार परमात्मा का नाम, कहंदे वो भंग टुकड़ियां तो रहत है, कुछ कोई टुकड़ा नहीं है, टुकड़ियां तो रहत है, पर शरीर टुकड़े टुकड़े होने वाला है। शरीर साडा एक्सीडेंट में टुट सकता है, डॉक्टर की सर्जरी कर सकते हैं, ये चीरिया फाड़िया जाता है, मरण तो बाद भी चीर के रख देंगे, पोस्टमार्टम करते हैं। सूक्ष्म शरीर को कौन चीरदा है? कारण शरीर है, उसका पोस्टमार्टम कौन करता है? कोई नहीं, सिर्फ जागरूक करते हैं, बंदा नहीं करता। मर्द कहते इन्हां दोनों नूं अलग समझना पैना है। भरम इत्थे पिया होया है, बंदा कहता मैं महान, मैं सब कुछ, कहते वो अपनी आत्मा ते पर्दा पाउण नूं फिरदा, नूं ये नहीं पता भी आत्मा है कित्थे, रहिंदी कित्थे है। लो जी अज दी साइंस है जिड्डी मर्जी महान है, चाहे कोई चंद ते चल गया, मंगल ते सैटन ते जिथे मर्जी चल गया, चाहे मैडिकल साइंस है, कोई ये दस दे भी आत्मा शरीर के किहड़े हिस्से च रहिंदी है। हर पार्ट का अलग अलग डॉक्टर है, स्पैशलिस्ट है, हरेक नूं खोली बैठा, शरीर नूं चीरी बैठा है। बाईपास सर्जरी होती, सारा शरीर ढेड़ दिता जाता है, कभी आत्मा लीक हुई है, कभी निकली है, कभी सोचने वाली गल है। किसी गुब्बारे च हवा भरी है, टायर च हवा भरी है, सुराख होया, हवा निकल जाती है, ये क्यों नहीं जाती? ते जिस वेले निकलती है किते पैंचर नहीं होंदा, लीकेज नहीं होंदी, जद आत्मा शरीर नूं छड्ड के जाती, चंगा भला खड़िया धरती ते धड़ाक डिगदा, चंगा भला। ते दुनिया ने आत्मा देखी, आत्मा छड्डो मन भी नहीं देखिया, मन कित्थे रहिंदा है? इत्थे दे हत्थ करते लोग, कहते इत्थे मेरा मन है, इत्थे तां नहीं है, मन है कित्थे? गुरबाणी ने बड़ा खोल के दस्सिया होया, मन साडा पता कित्थे है? इशारा दिता गुरु साहब ने, आ 2 नेत्रां दे विचकार मन पिछले पासे है, बहुत सूक्ष्म है। ते असीं मन कित्थे मन्ने अज तक? इत्थे खब्बे जे पासे, इत्थे है दिल मेरा, वो इत्थे पंप है ब्लड वाला। पढ़ दो दिल वाले हार्ट की चीज है, ये थोड़ी कुछ सोचता है। पर एक चीज हो है, जिस वेले कोई खतरे की गल सुनते हैं, खो इत्थे जे पैंदी है, सेंटर इत्थे नहीं पैंदी। क्यों? जिथे मन्नी बैठे हैं प्रभाव तो उत्थे बहना, दिल उत्थे ही घटूगा। फिर आत्मा पूरे शरीर में है, आत्मा का कोई रूप नहीं है, कोई रंग नहीं है। ये समझा रहे ने सतगुर। महाराज कहते भाई दोने चीज़ां वख-वख ने, बंदे ने आत्मा नूं जाने ही कदे नहीं, वो शरीर नूं ही सारा कुछ बनाई फिरदा है। शरीर करके मैं गुरुद्वारे बैठा, मन किते हुक्म दा फरीक हुंदा, कमाल धर्म। फिर की होना नहीं चाहिए? नहीं होना चाहिए। जिथे शरीर आया उत्थे मन नूं भी ले जाइए, गुरु की कृपा होगी भी आ जाएगा।
ਮਰਦ ਕਹਿੰਦੇ ਆ ਦੋ ਚੀਜ਼ਾਂ ਨੇ, ਦੋਨੇ ਵੱਖ ਵੱਖ ਹਨ। ਪਰ ਗੁਣ ਪਰ ਧਨ ਪਰਨ ਪ੍ਰਸੰਸ ਜਰ ਨਹੀਂ ਹੋ ਗੁਰ ਲਖੋ ਨਿਸੰਸ। ਸਤਿਗੁਰ ਕਹਿੰਦੇ ਫਿਰ ਇੱਕ ਚੀਜ਼ ਹੋਰ ਹੈ, ਮਮਤਾ ਕੀ ਹੈ, ਹਉਮੈ ਕੀ ਹੈ? ਕਹਿੰਦੇ ਪਰਾਇਆ ਗੁਣ ਨਹੀਂ ਬਰਦਾਸ਼ਤ ਹੁੰਦਾ, ਪਰਾਈ ਪ੍ਰਸ਼ੰਸਾ ਇਸ ਬੰਦੇ ਤੋਂ ਨਹੀਂ ਬਰਦਾਸ਼ਤ ਹੁੰਦੀ। ਪਰਾਇਆ ਧਨ, ਦੂਜੇ ਦੀ ਦੌਲਤ ਵੇਖ ਭੁੱਜੀ ਜਾਂਦਾ ਹੈ ਸਾਰਾ ਦਿਨ, ਜਿਵੇਂ ਭੱਠੀ ਦੇ ਦਾਣੇ ਭੁੱਜਦੇ ਆ। ਪ੍ਰਤਨ ਪਰਾਇਆ ਤਨ ਜਿਹੜਾ ਸੋਹਣਾ ਰੂਪ ਵੇਖ ਕੇ ਇਹ ਸੋਚੀ ਜਾਂਦਾ ਸ਼ੀਸ਼ੇ ਅੱਗੇ ਖੜਾ, ਮੈਂ ਉਹੋ ਜਿਹਾ ਕਿਵੇਂ ਲੱਗਦਾ, ਮੈਂ ਸੋਹਣਾ ਕਿਵੇਂ ਹੋ ਜਾਊਂਗਾ। ਇਹ ਤੇ ਆਤਮਾ ਦਾ ਵਿਸ਼ਾ ਨਹੀਂ ਹੈ। ਆਤਮਾ ਤੇ ਕਦੇ ਤੜਫਦੀ ਨਹੀਂ, ਆਤਮਾ ਕਦੇ ਕਲਪਦੀ ਨਹੀਂ, ਉਹ ਤੇ ਸਦਾ ਸदैव ਰਹਿੰਦੀ ਹੈ, ਇੱਕ ਰੂਪ ਰਹਿੰਦੀ ਹੈ। ਮਰਦ ਕਹਿੰਦੇ ਵੈਦ ਜੀ ਇਹ ਹਉਮੈ ਦਾ ਰੋਗ ਦੱਸ ਰਹੇ ਆ, ਹੈ ਕੀ ਹੈ? ਕਹਿੰਦੇ ਕਿਸੇ ਦਾ ਗੁਣ ਬਰਦਾਸ਼ਤ ਨਹੀਂ ਬੰਦਾ ਕਰ ਸਕਦਾ, ਕਿਸੇ ਦੀ ਸ਼ੋਭਾ ਬਰਦਾਸ਼ਤ ਨਹੀਂ ਕਰ ਸਕਦਾ। ਇਹ ਸਾਡੀ ਤੁਹਾਡੀ ਪ੍ਰੋਬਲਮ ਨਹੀਂ ਹੈ, ਸਾਰੇ ਸੰਸਾਰ ਦੀ ਹੈ। ਤੇ ਵਿਰਲੇ ਲੋਕ ਨੇ ਜਿਹੜੇ ਤੋਂ ਪਾਸੇ ਹੋ ਜਾਂਦੇ, ਫਰਕ ਹੀ ਨਹੀਂ ਪੈਂਦਾ। ਕਿਸੇ ਦੀ ਕੋਠੀ ਵੇਖ ਵੱਧਦੀ ਨਾ ਖੁਸ਼ੀ ਹੁੰਦੀ ਹੈ, ਸਾਨੂੰ ਹੁੰਦੀ ਕਦੇ? ਕਿਸੇ ਦੀ ਮਹਿੰਗੀ ਕਾਰ 5-7 ਕਰੋੜ ਦੀ ਵੇਖ ਕੇ, ਜਿਹਦੇ ਕੋਲ ਆਪਣੇ ਕੋਲ 5-10 ਲੱਖ ਦੀ ਹੈ, ਅੰਦਰੋਂ ਕਿੰਨਾ ਕੁ ਖੁਸ਼ ਹੈ। ਉੱਤੋਂ ਕਹਿੰਦਾ ਤੇਰੀ ਵੇਲ ਵਧੇ, ਵਧਾਈਆਂ ਤੈਨੂੰ, ਮੁਬਾਰਕਾਂ, ਕੰਗਰੈਚੁਲੇਸ਼ਨ ਕਹਿੰਦਾ ਨਾ ਬੰਦਾ, ਉੱਤੋਂ ਤੋਂ ਕਹਿੰਦਾ। ਮਰਦ ਕਹਿੰਦੇ ਕਿਉਂ ਨਹੀਂ ਹੁੰਦਾ ਅੰਦਰੋਂ? ਕਿਉਂਕਿ ਹਉਮੈ ਪ੍ਰਧਾਨ ਹੈ, ਉਹ ਖਿੱਚ ਰਹੀ ਹੈ। ਕਹਿੰਦੇ ਤੂੰ ਕਿਉਂ ਨਹੀਂ ਹੋ ਜਾ, ਤੂੰ ਕਿਉਂ ਨਹੀਂ ਇਹ ਕਰ ਸਕਦਾ? ਸਾੜਾ ਹੋਣਾ। ਮਰਦ ਕਹਿੰਦੇ ਸੜ ਰਿਹਾ ਮਨ। ਹੁਣ ਦੇਖੋ ਜੀ, ਸੜਦੀ ਚੀਜ਼ ਕਦੋਂ ਹੁੰਦੀ ਹੈ? ਗੈਸ ਚੁੱਲ੍ਹੇ ਤੇ ਰੱਖਾਂਗੇ ਤਾਂ ਹੀ ਸੜੂ, ਦੁੱਧ ਰੱਖੋਗੇ ਧਿਆਨ ਨਹੀਂ ਕਰੋਗੇ ਸੜ ਜੂਗਾ ਨਾ। ਹੁਣ ਆਤਮਾ ਇਸੇ ਸਰੀਰ ਦੇ ਵਿੱਚ ਹੈ, ਉਹਦਾ ਧਿਆਨ ਨਹੀਂ ਰੱਖਿਆ, ਮਨ ਹੋਰ ਪਾਸੇ ਭਟਕਿਆ ਫਿਰਦਾ ਹੈ, ਤੇ ਫਿਰ ਹਉਮੈ ਨੇ ਤੇ ਸਾੜ ਨਹੀਂ। ਆਖੋ ਸਤਿਨਾਮ। ਸੜ ਜਾਂਦੀ ਹੈ, ਜਿਵੇਂ ਦੁੱਧ ਸੜ ਜਾਂਦਾ, ਸਬਜ਼ੀਆਂ ਸੜ ਜਾਂਦੀਆਂ ਨੇ ਜੇ ਧਿਆਨ ਨਹੀਂ ਕੀਤਾ। ਮਰਦ ਕਹਿੰਦੇ ਮਨੁੱਖਾ ਸਰੀਰ ਵਿੱਚ ਰੱਬ ਦਾ ਧਿਆਨ ਹੀ ਕਦੇ ਨਹੀਂ ਕੀਤਾ, ਤੇਰੀ ਹਉਮੈ ਤੈਨੂੰ ਸਾੜਦੀ ਹੈ। ਸੁਭਾਵਿਕ ਗੱਲ ਹੈ ਜੀ, ਕਿਸੇ ਦੇ ਕੋਲ ਪੈਸਾ ਵੇਖ, ਕਿਸੇ ਦੀਆਂ ਵਡਿਆਈਆਂ ਸੁਣ ਕੇ ਇੱਥੇ ਜਦੋਂ ਸੇਕ ਨਿਕਲਦਾ ਬੰਦੇ ਦੇ, ਕੌੜੀਆਂ ਗੱਲਾਂ ਸੱਚੀਆਂ ਨੇ, ਤੇ ਫਿਰ ਕੀ ਹੁੰਦਾ? ਕਦੇ ਚੈੱਕ ਕਰਕੇ ਦੇਖਿਓ, ਸਾਹ ਗਰਮ ਆਉਂਦਾ ਹੋਊਗਾ, ਉੱਤੋਂ ਹੱਸੂਗਾ, ਬੜਾ ਖੁਸ਼ ਹੋਊਗਾ, ਅੰਦਰੋਂ ਬਹੁਤ ਦੁਖੀ ਹੈ। ਕਿਸੇ ਦੀ ਤਰੱਕੀ, ਕਿਸੇ ਦੀ ਵਡਿਆਈ, ਕਿਸੇ ਦੀ ਸ਼ੋਭਾ ਇਸ ਮਨ ਤੋਂ ਜਰੀ ਨਹੀਂ ਜਾਂਦੀ। ਮਰਦ ਕਹਿੰਦੇ ਵੈਦ ਜੀ ਇਹ ਹਉਮੈ, ਇਹਨੂੰ ਪਛਾਣੋ। ਸੱਚੀ ਜੇ ਤੁਹਾਨੂੰ ਕਿਸੇ ਦੀ ਵਡਿਆਈ, ਕਿਸੇ ਦਾ ਵੱਡਪਣ, ਕਿਸੇ ਦੀ ਮਹਿਮਾ ਸੁਣ ਕੇ ਕੋਈ ਦੁੱਖ ਨਹੀਂ ਨਾ ਹੁੰਦਾ, ਤੇ ਸਮਝੋ ਗੁਰੂ ਨਾਨਕ ਦੀ ਰਹਿਮਤ ਸ਼ੁਰੂ ਹੋ ਗਈ। ਆਖੋ ਸਤਿਨਾਮ। ਫੇਰ ਨਾਮ ਜਪੇ ਦਾ ਫਾਇਦਾ ਹੋਣਾ। ਹਉਮੈ ਚ ਆ ਕੇ ਜੋ ਮਰਜ਼ੀ ਕਰੀ ਚੱਲ, ਫਿਰ ਤੇ ਉਹ ਨਾਮ ਵੀ ਤੇਰਾ ਜ਼ਹਿਰੀਲਾ ਹੋ ਜਾਊਗਾ। ਭਾਂਡਾ ਹੀ ਮਾੜਾ ਹੈ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੇ ਕੋ ਜਾਓ, ਬਾਣੀ ਕਹਿੰਦੀ ਹੈ ਨਾ। ਕਹਿੰਦੇ ਮਨ ਦਾ ਭਾਂਡਾ ਜੇ ਤੇਰਾ ਮੈਲਾ ਏ, ਹੁਣ ਮੈਲਾ ਭਾਂਡਾ ਸਬਜ਼ੀ ਵਾਲਾ ਚ ਦੁੱਧ ਪਾ ਦੋ, ਕੀ ਬਣੂ ਦੁੱਧ ਦਾ? ਵੀ ਪਰਮੇਸ਼ਰ ਦਾ ਨਾਮ ਦੁੱਧ ਵਰਗਾ ਪਿਓਰ ਹੈ ਨਾ, ਸਫੇਦ ਚਿੱਟਾ ਏ, ਸਵੱਛ ਹੈ। ਜੇ ਮਨ ਤੇਰਾ ਮੈਲਾ ਹਉਮੈ ਨਾਲ ਭਰਿਆ ਹੋਇਆ, ਇਹ ਚ ਨਾਮ ਵੀ ਪਾਏਗਾ ਨਾ, ਇਹ ਚ ਬੰਦਗੀ ਸੇਵਾ ਵੀ ਪਾਲੇਗਾ। ਇਹ ਕਹਿੰਦਾ ਮੇਰੇ ਜਿੰਨੀ ਸੇਵਾ ਨਹੀਂ, ਮੇਰਾ ਤੇ ਦਾਦਾ ਵੀ ਸੇਵਾ ਕਰਦਾ ਰਿਹਾ, ਸਾਡਾ ਤੇ ਟੱਬਰ ਹੀ ਅੰਮ੍ਰਿਤਧਾਰੀ ਆ ਜੀ ਸ਼ੁਰੂ ਤੋਂ। ਇਹ ਹਉਮੈ ਨਹੀਂ ਤੇ ਹੋਰ ਕੀ ਹੈ? ਹੋ ਗਿਆ ਨਾ ਖਰਾਬ ਸਿਮਰਨ। ਤੇ ਫਿਰ ਉਹ ਜਿਹੜਾ ਖਰਾਬ ਹੋਇਆ ਉਹਦੇ ਸਾਈਡ ਇਫੈਕਟ ਕਿੰਨੇ ਆ? ਦਵਾਈ ਕੋਈ ਵੀ ਹੈ ਐਕਸਪਾਇਰੀ ਡੇਟ ਤੋਂ ਪਹਿਲਾਂ ਲੋ ਠੀਕ ਕਰਦੀ ਹੈ, ਬਾਅਦ ਚ ਲੈ ਲਓ ਉਹੀ ਕੋੜੇ ਫਣਸੀਆਂ ਕਰ ਦਿੰਦੀ ਹੈ, ਖਾਰਸ਼ਾਂ, ਸਾਈਡ ਇਫੈਕਟ ਹੋ ਗਿਆ। ਉਹ ਸੱਜੇ ਹੁੰਦੇ ਲੋਕਾਂ ਦੇ ਪਕੌੜੇ ਵਰਗੇ ਨਾ ਵੇਖਿਆ ਨਾ, ਉਸੇ ਦਾ ਹੀ ਹੋ ਗਿਆ ਨਾ। ਤੇ ਨਾਮ ਜਪਣ ਵਾਲੇ ਆਮ ਲੋਕ ਜਿਹੜੇ ਹਉਮੈ ਕਰਕੇ ਗਰਸੇ ਨੇ, ਕੋਈ ਉਹਨਾਂ ਦੇ ਕੋਲ ਬਹਿਣ ਨੂੰ ਵੀ ਜੀ ਨਹੀਂ ਕਰਦਾ। ਸਤਿਨਾਮ। ਮੈਂ ਹਰ ਵੇਲੇ ਚੱਲਦੀ ਹੈ। ਸਤਿਗੁਰ ਦੱਸ ਰਹੇ, ਕਹਿੰਦੇ ਵੈਦ ਜੀ ਇਹ ਰੋਗ ਆ ਨਾ ਜਿਹੜਾ, ਕੰਨਾਂ ਚੋਂ ਵੀ ਭਾਸ਼ਾ ਕਰਦਾ ਹੈ। ਹਉਮੈ ਮਨ ਵਿੱਚ ਜੁਗੀ ਹੈ, ਕੰਨਾਂ ਤੋਂ ਸੁਣਿਆ ਨਹੀਂ ਜਾਂਦਾ, ਅੱਖਾਂ ਤੋਂ ਵੇਖਿਆ ਨਹੀਂ ਜਾਂਦਾ, ਜ਼ੁਬਾਨ ਤੋਂ ਸ਼ੁਭ ਬੋਲਿਆ ਨਹੀਂ ਜਾਂਦਾ। ਸਤਿਗੁਰ ਕਹਿੰਦੇ ਇਹ ਅੰਦਰੋਂ ਸਾੜ ਰਿਹਾ ਹੈ। ਹਉਮੈ ਦਾ ਰੋਗ ਸਭ ਤੋਂ ਵੱਧ ਸਾੜਾ ਹੈ, ਤੇ ਇਹ ਸੜਨ ਕਰਕੇ ਰੋਗ ਲਾਏ ਫਿਰਦੇ। ਅੱਜ ਲੋਕੀ ਆਪਣੀਆਂ ਖੁਸ਼ੀਆਂ ਤੋਂ ਖੁਸ਼ ਨਹੀਂ, ਆਪਣੇ ਪਦਾਰਥ, ਧਨ ਦੌਲਤਾਂ, ਸ਼ੌਹਰਤਾਂ ਤੋਂ ਖੁਸ਼ ਨਹੀਂ, ਦੁਖੀ ਉੱਥੇ ਨੇ ਵੀ ਦੂਜਾ ਸਾਡੇ ਤੋਂ ਅੱਗੇ ਕਿਉਂ। ਇਹ ਰੋਗ ਵੱਡਾ ਲੱਗਾ। ਮਰਦ ਕਹਿੰਦੇ ਹਉਮੈ ਦਾ ਸਾੜਾ ਵੈਦ ਜੀ ਅੰਦਰ ਸ਼ਾਂਤ ਹੋਣ ਨਹੀਂ ਦਿੰਦਾ। ਸਭ ਜੀਵਨ ਸੋ ਮੈਤਰੀ ਕਰਨੀ, ਇਹ ਕੋ ਇਹ ਔਖਦ ਬਰ ਹਰਨੀ। ਇਹ ਤੇ ਪਛਾਣ ਸਤਿਗੁਰਾਂ ਨੇ ਕਰਾ ਦਿੱਤੀ ਵੈਦ ਨੂੰ ਵੀ ਆਹ ਰੋਗ ਹੈ। ਮਰਦ ਕਹਿੰਦੇ ਤਾਂ ਪਰਹੇਜ਼ ਕੀ ਹੈ? ਕਹਿੰਦੇ ਸਭ ਨੂੰ ਆਪਣਾ ਮਿੱਤਰ ਬਣਾ। ਸਭ ਨੂੰ ਕੀ ਦੋ?
दुश्मन के घर चल जी दरवाजा खड़काउण भी यार तू मेरा दोस्त आ तो बाद गलती हो गई नहीं, ਉਹਦਾ ਰੌਲਾ नहीं कर रहे, बाहर ਦੀਆਂ ਗੱਲਾਂ नहीं। ਇਹ ਜੇਕਰ ਸਤਿਗੁਰ ਕਰਦੇ ਆ शुभ ਗੁਣਾਂ ਦਾ ਸਬਰ ਸਤ ਸੰਤੋਖ ਦਇਆ ਧਰਮ, ਇਹ ਤੇ ਦੁਸ਼ਮਣ ਨੇ ਸਾਡੇ। ਇਹ ਅਸੀਂ ਥੋੜਾ ਕਰਾਂਗੇ, ਲੋਕੀ ਕਰਦੇ ਚੰਗਾ ਲੱਗਦਾ। ਅੱਜ ਕਿੱਡਾ ਟ੍ਰੈਂਡ ਹੈ, ਕੋਈ ਬੰਦਾ ਦਾਨ ਕਰਦਾ ਸੀ ਭੱਜ ਕੇ ਵੀਡੀਓ ਪਾਉਂਦੇ ਆ, ਕਦੇ ਆਪ ਕੀਤਾ ਦਾਨ ਨਹੀਂ ਕਰ ਸਕਦੇ। ਕੋਈ ਉੱਚੀ ਉੱਚੀ ਸਿਮਰਨ ਕਰਦਾ, ਸੋਹਣਾ ਪਾਠ ਕਰਦਾ ਹੈ, ਅਸੀਂ ਵਿਖਾ ਸਕਦੇ ਹਾਂ ਫਲਾਣਾ ਕਰਦਾ ਹੈ, ਤੇਰੇ ਕੋਲ ਸਮਾਂ ਹੈ ਕਰਨ ਦਾ? ਤੂੰ ਕਰਦਾ ਹੈ ਕਿੱਥੇ ਹੈ? ਦੂਜੇ ਪਾਸੇ ਹੋ ਗਏ ਨਾ ਮਰਦ ਕਹਿੰਦੇ ਇਹਨਾਂ ਨੂੰ ਮੈਤਰੀ ਨਾਮ ਹੈ, ਮਿੱਤਰ ਬਣਾ ਲੈ। ਜਦ ਸਬਰ ਸੰਤੋਖ ਦਇਆ ਧਰਮ ਤੇਰੇ ਮਿੱਤਰ ਹੋਣਗੇ ਨਾ, ਨਿੰਦਿਆ ਈਰਖਾ ਦਵੈਸ਼ਤਾ ਇਸ ਘਰ ਵਿੱਚ ਨਹੀਂ ਰਹਿਣਗੇ। ਆਖੋ ਸਤਿਨਾਮ। ਉੱਥੇ ਬਾਣੀ ਨੇ ਕਿਹਾ ਹਉਮੈ ਨਾਵੈ ਨਾਲ ਵਿਰੋਧ ਹੈ। ਵਿਰੋਧ ਸਮਝਦੇ ਹੋ ਜੀ? ਸੌਖਾ ਜਿਹਾ ਸ਼ਬਦ ਹੈ। ਪਹਿਲਾਂ ਦੁਨਿਆਵੀ ਤੌਰ ਤੇ ਸਮਝ ਲਓ ਵਿਰੋਧ ਕੀ ਹੈ, ਦੁਸ਼ਮਣੀ ਵੈਰ। ਕਹਿੰਦੇ ਰੱਬ ਦੇ ਨਾਮ ਦੇ ਨਾਲ ਹਉਮੈ ਦਾ ਵੈਰ ਹੈ। ਅੱਗੇ ਕੀ ਕਹਿੰਦੇ ਆ, ਦੋਏ ਨਾ ਵਸੈ ਇੱਕ ਠਾਏ। ਠਾਏ ਨਾਮ ਖਾਂਦਾ ਹੈ। ਕਹਿੰਦੇ ਜਿੱਥੇ ਹਉਮੈ ਆ ਉੱਥੇ ਨਾਮ ਨਹੀਂ, ਜਿੱਥੇ ਰੱਬ ਦਾ ਨਾਮ ਉੱਥੇ ਹਉਮੈ ਨਹੀਂ। ਆਪਾਂ ਭਾਗਾਂ ਵਾਲੇ ਵੱਡੇ ਭਾਗਾਂ ਵਾਲੇ ਆ ਜੀ, ਦੋਨੇ ਇਕੱਠੇ ਚੱਕੀ ਫਿਰਦੇ ਆ। ਆਖੋ ਸਤਿਨਾਮ। ਮੇਰਾ ਨਿਤਨੇਮ ਬੜਾ, ਮੈਂ ਉੱਠਦਾ ਵੀ ਸਵੇਰੇ ਆ, ਮੈਂ ਤੇ ਬੜਾ ਨਾਮ ਜਪਦਾ, 20 ਗੁਰਦੁਆਰੇ ਮੈਂ ਸ਼ਾਮ ਤੱਕ ਮੱਥਾ ਟੇਕੇ ਆਉਣਾ ਹੈ। ਇਹ ਹਉਮੈ ਆ ਸਾਡੀ। ਸਵੇਰੇ ਫਲਾਣੇ ਗੁਰਦੁਆਰੇ, ਦੁਪਹਿਰੇ ਫਲਾਣੇ, ਸ਼ਾਮ ਨੂੰ ਫਲਾਣੇ। ਖੱਟਿਆ ਕੀ ਹੈ, ਪੱਲੇ ਹੈ ਕੀ ਹੈ, ਦਿਸਦਾ ਕਿਸੇ ਨੂੰ ਕੁਛ ਨਹੀਂ। ਮਰਦ ਕਹਿੰਦੇ ਦੋਨੇ ਚੀਜ਼ਾਂ ਕਦੇ ਇਕੱਠੀਆਂ ਨਹੀਂ ਹੋ ਸਕਦੀਆਂ। ਪਾਣੀ ਤੇ ਅੱਗ ਦਾ ਮੇਲ ਹੈ ਜੀ ਕੋਈ? ਜਿੱਥੇ ਪਾਣੀ ਪਾ ਦੋਗੇ ਅੱਗ ਬੁੱਝੂਗੀ। ਜਿੱਥੇ ਅੱਗ ਹੈ ਉੱਥੇ ਪਾਣੀ ਨਹੀਂ ਹੈ, ਜਿੱਥੇ ਪਾਣੀ ਉੱਥੇ ਅੱਗ ਨਹੀਂ। ਕਹਿੰਦੇ ਜਿੱਥੇ ਰੱਬ ਦਾ ਨਾਮ ਉੱਥੇ ਹਉਮੈ ਨਹੀਂ। ਸਤਿਗੁਰ ਕਹਿੰਦੇ ਵੈਦ ਜੀ ਜਿੱਥੇ ਹਉਮੈ ਆ ਉੱਥੇ ਬੰਦਗੀ ਨਹੀਂ ਹੋ ਸਕਦੀ। ਦੋਨੇ ਇਕੱਠੇ ਨਹੀਂ ਰਹਿ ਸਕਦੇ। ਇਹ ਔਗਣ ਨੇ ਹਉਮੈ ਦੇ, ਜਿਨ੍ਹਾਂ ਨੂੰ ਮਨੁੱਖ ਮਿੱਤਰ ਬਣਾਈ ਫਿਰਦਾ ਹੈ। ਪਰ ਇਹਨਾਂ ਨੂੰ ਮਿੱਤਰ ਨਹੀਂ ਬਣਾਉਣਾ। ਮਿੱਤਰ ਬਣਾਉਣਾ ਸਤ ਸੰਤੋਖ ਦਇਆ ਧਰਮ। ਰੋਜ਼ ਬੇਨਤੀ ਕਰੀਏ ਮਹਾਰਾਜ ਮੈਨੂੰ ਸਬਰ ਬਖਸ਼ਿਓ, ਮੈਨੂੰ ਕੁਛ ਨਹੀਂ ਚਾਹੀਦਾ। ਜਿੱਦਣ ਸਬਰ ਮੰਗ ਲਿਆ ਨਾ ਗੁਰੂ ਨਾਨਕ ਦੇ ਦਰ ਤੋਂ, ਪਦਾਰਥਾਂ ਦੇ ਢੇਰ ਲੱਗ ਜਾਣਗੇ। ਕਹਿੰਦਾ ਮੈਂ ਕੀ ਕਰਨਾ? ਸਬਰ ਮੰਗੋ। ਤੇ ਸਬਰ ਬਹੁਤ ਵੱਡੀ ਚੀਜ਼ ਹੈ। ਮਰਦ ਕਹਿੰਦੇ ਇਹਨਾਂ ਨੂੰ ਮਿੱਤਰ ਬਣਾ ਲਾ। ਕਿਸੇ ਨੂੰ ਮਿੱਤਰ ਬਣਾਉਣ ਵਾਸਤੇ ਦੂਜੇ ਨੂੰ ਦੁਸ਼ਮਣ ਨਹੀਂ ਬਣਾਉਣਾ। ਇਹ ਵੀ ਸੋਚਣਾ ਹੈ। ਇਹ ਨਹੀਂ ਵੀ ਜੇ ਮੈਂ ਧਰਮੀ ਬੰਦਾ, ਸਾਡੇ 'ਚ ਬੜੀਆਂ ਗੱਲਾਂ ਘੱਟ ਵਾਲੀਆਂ ਨੇ। ਮੰਨ ਲਓ ਕੋਈ ਬੱਚਾ ਨੰਗੇ ਸਿਰ ਗੁਰਦੁਆਰੇ ਆ ਗਿਆ, ਅਸੀਂ ਕਿੱਦਾਂ ਖਾਣ ਨੂੰ ਪਈਆਂ, ਅਗਲਾ ਦੁਬਾਰਾ ਮੱਥਾ ਟੇਕਣ ਨਹੀਂ ਆਉਂਦਾ। ਕੋਈ ਸ਼ਰਾਬੀ ਗਲਤੀ ਨਾਲ ਗੁਰਦੁਆਰੇ ਮੰਦਰ ਵੜ ਵੀ ਗਿਆ ਨਾ, ਉਹ ਹੀ ਜਾਣਦਾ ਕੀ ਬੀਤਦੀ ਹੈ। ਫਿਰ ਕੀ ਹੋ ਗਿਆ ਜਾ ਕੇ? ਉਹਨੂੰ ਪਿਆਰ ਨਾਲ ਸਮਝਾਓ, ਭਾਈ ਕੋਈ ਨਹੀਂ ਅੱਜ ਆ ਗਏ ਭਾਈ, ਧਿਆਨ ਰੱਖਿਆ ਕਰ, ਇਹ ਗਲਤ ਕੰਮ ਹੈ। ਅਗਲਾ 100 ਵਾਰ ਸੋਚੂਗਾ। ਜਿਹਦੇ ਡਾਂਗ ਮਾਨੂੰ ਕਹਿੰਦਾ ਲੈ ਫਿਰ ਕੱਲ੍ਹ ਨੂੰ ਆਊਂਗਾ, ਰੋਕੀ ਦਿਖਾਈ ਤੇਰੇ ਬਾਪ ਦਾ ਗੁਰਦੁਆਰਾ। ਰੋਕਿਆ ਨਾ ਲੋਕੀ ਵੇਖਦੇ ਨਾ ਲੜਾਈਆਂ ਲੋਕਾਂ ਦੀ ਫਿਰ ਕਿੱਥੇ ਕਿੱਥੇ ਪਹੁੰਚ ਜਾਂਦੀਆਂ ਨੇ। ਕਹਿੰਦੇ ਜਿੱਥੇ ਹਉਮੈ ਖੜੀ ਹੈ ਉੱਥੇ ਨਾਮ ਨਹੀਂ ਹੈ, ਜਿੱਥੇ ਨਾਮ ਆ ਉੱਥੇ ਹਉਮੈ ਨਹੀਂ। ਗੁਰੂ ਸਾਹਿਬ ਕਹਿੰਦੇ ਵੈਰ ਨਹੀਂ ਕਿਸੇ ਨਾਲ ਪਾਉਣਾ। ਹੁਣ ਕੋਈ ਕਾਮੀ ਕ੍ਰੋਧੀ ਲੋਭੀ ਹੁੰਦਾ, ਇਹ ਥੋੜਾ ਕਰਨਾ ਵੀ ਮੈਂ ਪਾਠ ਕਰਦਾ ਮੇਰੇ ਕੋਲੇ ਨਾ ਬਹਿ ਜੀ ਵੇਖੀ ਹੋਏ। ਨਾ, ਜੇ ਤੂੰ ਹੀਰਾ ਹੋਏਗਾ ਨਾ, ਜੇ ਤੂੰ ਰੱਬ ਦੀ ਕਿਰਪਾ ਦੇ ਨਾਲ ਪਾਸ ਹੋਏਗਾ, ਤੇਰੇ ਕੋਲ ਗਲਿਆ ਲੋਹਾ ਵੀ ਬਹਿ ਗਿਆ, ਉਹ ਵੀ ਕੰਚਨ ਸੋਨਾ ਬਣ ਜੂਗਾ। ਆਖੋ ਸਤਿਨਾਮ। ਤੈਨੂੰ ਆਪਣੇ ਆਪ 'ਚ ਕਿਉਂ ਕਮੀ ਲੱਗਦੀ ਹੈ? ਲੱਗਦੀ ਹੈ ਨਾ ਕਿਤੇ ਵੀ ਮੈਂ ਜੇ ਮਾੜੇ ਬੰਦਿਆਂ 'ਚ ਬਹਿ ਗਿਆ ਜੀ ਮੈਂ ਤੇ ਫਿਰ ਮਾੜਾ ਹੋ ਜਾਊਗਾ, ਮੈਂ ਨਹੀਂ ਜਾਂਦਾ ਉੱਧਰ। ਤੈਨੂੰ ਪਤਾ ਹੈ ਵੀ ਤੇਰੇ ਨਾਲੋਂ ਮਾੜੇ ਬੰਦੇ ਦੀ ਕੁਆਲਿਟੀ ਜ਼ਿਆਦਾ, ਉਹ ਤੈਨੂੰ ਚੰਗੇ ਨੂੰ ਮਾੜਾ ਬਣਾ ਸਕਦਾ, ਤੇਰੇ 'ਚ ਨਹੀਂ। ਤੂੰ ਕਿਸੇ ਬੁਰੇ ਨੂੰ ਕੋਲ ਬਿਠਾ ਕੇ ਚੰਗਾ ਬਣਾ ਦੇ, ਹੈ ਨਹੀਂ ਨਾ। ਹਉਮੈ ਖੜੀ ਹੈ ਕਿਤੇ। ਸਤਿਗੁਰ ਇਹੀ ਤੇ ਸਮਝਾ ਰਹੇ ਆ। ਕਹਿੰਦੇ ਕਿਸੇ ਨਾਲ ਨਫ਼ਰਤ ਨਹੀਂ ਕਰਨੀ। ਕਿਸੇ ਦਾ ਐਬ ਹੈ, ਉਹਨੂੰ ਚੰਗਾ ਲੱਗਦਾ, ਜੇ ਤੈਨੂੰ ਮਾੜਾ ਲੱਗਦਾ ਪਿਆਰ ਨਾਲ ਉਹਨੂੰ ਸਮਝਾ, ਗੁਰੂ ਦੀ ਮੱਤ ਨਾਲ, ਗੁਰੂ ਦੇ ਤਰੀਕੇ ਨਾਲ ਸਮਝਾ। ਹੁਣ ਗੁਰੂ ਸਾਹਿਬ ਗਏ ਆ ਕਿੰਨੀਆਂ ਥਾਵਾਂ ਤੇ, ਜੇਕਰ ਆਉਣਾ ਕਿਤੇ ਬੱਕਰਾ ਵੱਢ ਲਿਆ ਕਿਸੇ ਨੇ, ਪੰਡਤਾਂ ਨੇ ਮਾਸ ਰਿੰਨ ਲਿਆ, ਮਰਜ ਭੱਜ ਕੇ ਨੱਕ ਬੰਦ ਕਰਕੇ ਉਹ ਸਮੈਲ ਆ ਗਈ ਤੇ ਘਟੀਆ ਲੋਕ, ਗੰਦੇ ਲੋਕ, ਨਾਸਤਕ ਲੋਕ। ਨਹੀਂ, ਉੱਥੇ ਬਹਿ ਕੇ ਕੋਲੇ ਸਮਝਾਇਆ ਕਿ ਦੀਦੀ ਨਾਲ ਕੀ ਹੋ ਜੂਗਾ। ਅੱਜ ਜਿੱਦਣ ਉਹਨੂੰ ਮਰਜ ਜਨੇਊ ਪਾਉਣ ਆਏ ਸੀ, ਕੋਹੇ ਬੱਕਰਾ ਰਿੰਨ ਖਾਇਆ, ਸਭ ਕੋ ਆਖਿਆ ਭਾਈ ਕਿਹੜਾ ਮਰਜ ਭੱਜ ਗਈ ਸੀ ਘਰ ਤੋਂ। ਕਹਿੰਦੇ ਇਹੋ ਜਿਹੇ ਬਾਣਾਂ ਦੇ ਤੀਰ ਮਾਰੇ, ਬੱਕਰੇ ਬੁੱਕਰੇ ਵੱਢਣ ਵਾਲੇ ਮੁੜ ਕੇ ਉਹਨਾਂ ਕੰਮਾਂ 'ਚ ਨਹੀਂ ਪਏ। ਸ਼ੁਭ ਗੁਣ ਸੀ। ਵੈਰ ਨਹੀਂ ਨਾ ਕਿਸੇ ਨਾਲ। ਵੈਰ ਕਾਹਦਾ ਰੱਖਣਾ? ਆਤਮਾ ਦਾ ਤੇ ਵੈਰ ਹੀ ਨਹੀਂ ਕਿਸੇ ਨਾਲ। ਰੋਜ਼ ਪੜ੍ਹਦੇ ਆ ਨਿਰਭਉ ਤੇ ਨਿਰਵੈਰ। ਤੇ ਜੇ ਨਿਰਭਉ ਨਿਰਵੈਰ ਪੜ੍ਹ ਕੇ ਵੀ, ਵਿਚਾਰ ਕੇ ਵੀ, ਸਮਝ ਕੇ ਵੀ ਅੰਦਰੋਂ ਵੈਰ ਦੀ ਭਾਵਨਾ ਨਾ ਗਈ ਤੇ ਸਮਝ ਹਉਮੈ ਅਜੇ ਵੀ ਪ੍ਰਧਾਨ ਹੈ। ਕਹਿੰਦੇ ਜੀ ਵੈਰ ਦਾ ਸਰੀਰ ਕੰਬਣ ਲੱਗ ਗਿਆ, ਕੰਬਣੀ ਛਿੜ ਗਈ ਵੀ ਆਹ ਚੀਜ਼ਾਂ
ਆ ਰੋਗ ਤੇ ਕਦੇ ਪਛਾਣਿਆ ਹੀ ਨਹੀਂ। ਜਿਸ ਰੋਗ ਨੂੰ ਸਤਿਗੁਰ ਦੱਸ ਰਹੇ ਆ ਹਟਦਾ ਕਿਵੇਂ ਹੈ? ਕਹਿੰਦੇ ਸਬਰ, ਸੰਤੋਖ, ਸਤ ਤੇ ਦਇਆ, ਇਹਨਾਂ ਦੇ ਨਾਲ ਰੋਗ ਘਟਦਾ ਜਾਏਗਾ। ਜਿਉ ਮਿੱਤਰਨ ਸੁਖ ਲਖ ਕਰ ਸੁਖੀਆ, ਤੈਸੀ ਬ੍ਰਿਤ ਸੋ ਭਿੰਨ ਸੋ ਰੱਖੀਆ। ਫਿਰ ਮਹਾਰਾਜ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ ਜਿਵੇਂ ਮਿੱਤਰਤਾ ਕੀ ਹੁੰਦੀ ਹੈ? ਦੁਨਿਆਵੀ ਤੌਰ ਤੇ ਮਿੱਤਰ ਨੂੰ ਵਾਧਾ ਵੇਖ ਖੁਸ਼ ਹੁੰਦਾ ਹੈ ਵੀ ਮੇਰੇ ਮਿੱਤਰ ਨੇ ਤਰੱਕੀ ਕੀਤੀ ਆ, ਉਹਨੂੰ ਵਧੀਆ ਜੌਬ ਮਿਲ ਗਈ, ਫਲਾਣੀ ਥਾਂ ਪੱਕਾ ਹੋ ਗਿਆ, ਖੁਸ਼ੀ ਹੁੰਦੀ ਹੈ ਨਾ ਜੀ ਮਿੱਤਰ। ਜਿਹੜਾ ਦਿਲੋਂ ਮਿੱਤਰ ਹੈ, ਤੇ ਜਿਹੜਾ ਦਿਲੋਂ ਮਿੱਤਰ ਨਾ ਹੋਵੇ ਉਹ ਕਹਿੰਦਾ ਇਹਨੂੰ ਕੋਈ ਚੱਜ ਨਾ ਬੁਲਾ ਕੇ ਵੇਖਿਆ ਕੋਈ, ਉਹ ਮਿੱਤਰ ਬਣ ਕੇ ਵੀ ਦੁਸ਼ਮਣੀਆਂ ਕੱਢੀ ਜਾਂਦਾ, ਵੈਰ ਕਮਾਈ ਜਾਂਦਾ। ਸਤਿਗੁਰ ਕਹਿੰਦੇ ਜਿਵੇਂ ਦੁਨਿਆਵੀ ਮਿੱਤਰ ਖੁਸ਼ ਹੁੰਦਾ ਨਾ, ਤੈਨੂੰ ਦੁਨੀਆ ਵਿੱਚ ਮਾੜਾ ਬੰਦਾ ਵੀ ਕਿਤੇ ਚੰਗੇ ਰਾਹ ਆ ਗਿਆ ਵੇਖ ਕੇ ਖੁਸ਼ੀ ਹੋਣੀ ਚਾਹੀਦੀ ਹੈ। ਵੈਦ ਜੀ ਇਹ ਹਉਮੈ ਦਾ ਪਰਿਤਿਆਗ ਹੈ। ਹਉਮੈ ਵਾਲਾ ਤੇ ਕਹਿੰਦਾ ਮੇਰੇ ਬਰਾਬਰ ਤੂੰ ਹੋ ਹੀ ਨਹੀਂ ਸਕਦਾ, ਉੱਠ ਕੇ ਵਿਖਾ ਮੇਰੇ ਜਿੰਨਾ, ਮੇਰੇ ਵਾਂਗੂ ਬੋਲ ਕੇ ਵਿਖਾ ਮੇਰੇ ਜਿੰਨਾ, ਭੱਜ ਕੇ ਦਿਖਾ ਮੇਰੇ ਜਿੰਨਾ, ਸੋਹਣਾ ਬਣ ਕੇ ਦਿਖਾ। ਨਹੀਂ ਨਾ, ਕੰਪੀਟੀਸ਼ਨ ਆ ਨਾ ਹਉਮੈ 'ਚ। ਰੱਬ ਦੇ ਪਿਆਰਿਆਂ ਦਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਆ, ਉਹ ਤੇ ਇੱਕ ਦੀ ਰਜ਼ਾ 'ਚ ਰਹਿੰਦੇ ਆ। ਗੁਰੂ ਸਾਹਿਬ ਦੇ ਬਚਨ ਅੰਦਰੋਂ ਅੰਦਰ ਝੰਜੋੜਦੇ ਹਨ। ਨਿਜ ਗੁਣ ਧਨ ਨਿਜ ਜਸ ਬਿਸਤੀਰਨ, ਕਰਤ ਮਾਨ ਇਹ ਹੈ ਵੱਡ ਜੀਰਨ। ਮਰਦ ਕਹਿੰਦੇ ਆ ਇੱਕ ਤਿੰਨ ਚੀਜ਼ਾਂ ਹੋਰ ਛੱਡਣੀਆਂ ਨੇ ਜਦੋਂ ਭਗਤੀ ਦੇ ਨੇੜੇ ਜਾਏਗਾ ਨਾ, ਇਸ ਹਉਮੈ ਤੋਂ ਬਚਣਾ ਹੈ। ਆਪਣੇ ਗੁਣ, ਆਪਣਾ ਧਨ, ਦੋ ਚੀਜ਼ਾਂ ਹੋ ਗਈਆਂ। ਤੀਜਾ ਕਹਿੰਦੇ ਆਪਣਾ ਜਸ ਕਹਿੰਦੇ ਸਿਫਤ। ਕੋਈ ਤਿੰਨਾਂ ਬਿਨਾਂ ਅਸੀਂ ਕਿੱਥੇ ਰਹਿ ਜਾਵਾਂਗੇ? ਜਦ ਤੱਕ ਮੈਂ ਜਾ ਕੇ ਲੋਕਾਂ ਨੂੰ ਨਾ ਦੱਸਾਂ ਵੀ ਸਾਡੇ ਕੋਲ ਕਿੰਨੇ ਪਲਾਟ, ਕਿੰਨੀਆਂ ਕੋਠੀਆਂ, ਕਿੰਨੇ ਪੈਸੇ, ਮੈਨੂੰ ਕਿੱਥੇ ਨੀਂਦ ਆ ਜੂਗੀ। ਫਿਰ ਉਹਦਾ ਰਿਵਰਸ ਮੈਂ ਸੁਣਨਾ, ਮੇਰੀ ਸਿਫਤ ਆਵੇ ਵੀ ਇਹ ਤੇ ਬੰਦਾ ਹੀ ਬੜਾ ਵੱਡਾ ਹੈ ਜੀ, ਇਹਦੀ ਤੇ ਵੱਡਿਆਂ ਨੂੰ ਉੱਠਣੀ ਬੈਠਣੀ ਆ, ਮੈਨੂੰ ਨੀਂਦ ਕਿੱਥੇ ਆ ਜੂਗੀ। ਮਰਦ ਕਹਿੰਦੇ ਭਾਈ ਇਹ ਚੀਜ਼ਾਂ ਨੂੰ ਬਚਣਾ ਪੈਣਾ ਇਹਨਾਂ ਤੋਂ। ਆਪਣਾ ਜਸ ਨਹੀਂ ਸੁਣਨਾ, ਧਨ ਦੀ ਮਹਿਮਾ ਨਹੀਂ ਕਰਨੀ ਆਪਣੀ ਦੌਲਤ ਦੀ, ਤੇ ਆਪਣੇ ਗੁਣਾਂ ਦਾ ਮਾਣ ਨਹੀਂ ਕਰਨਾ। ਇਹ ਪੂਰਨ ਸਿੱਖ ਦੀ ਡੈਫੀਨੇਸ਼ਨ ਆਖੋ ਸਤਿਨਾਮ। ਜਿਹਨੂੰ ਸਿੱਖ ਕਹਿੰਦੇ ਆ, ਨਾ ਸਿੱਖੀ ਕਦੇ ਘਟੀ ਆ, ਨਾ ਕਦੇ ਘਟਣੀ, ਨਾ ਸਿੱਖੀ ਕਦੇ ਕਮਜ਼ੋਰ ਸੀ। ਮੇਰੇ ਵਰਗੇ ਕਮਜ਼ੋਰ ਹੋ ਸਕਦੇ, ਸਿੱਖੀ ਕਿਤੋਂ ਕਮਜ਼ੋਰ ਹੋਗੀ? ਹੋ ਸਕਦਾ ਮੇਰੇ ਜੀਵਨ 'ਚ ਘਾਟ ਹੋਵੇ ਤੇ ਥੋੜਾ ਵੀ ਸਿੱਖ ਮਾੜੇ ਹੁੰਦੇ ਆ। ਕੋਈ ਮੇਰੇ ਵਰਗਾ ਮਾੜੇ ਕੰਮ ਕਰੇ ਥੋੜਾ ਮੈਨੂੰ ਦੇਖ ਕੇ ਤੁਸੀਂ ਕਹੋਗੇ ਸਿੱਖ ਏਦਾਂ ਦੇ। ਨਾ, ਸਿੱਖ ਤੇ ਆ ਹੁੰਦੇ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਆਪਣੀ ਮਹਿਮਾ, ਸਿਫਤ, ਆਪਣੀ ਦੌਲਤ ਤੇ ਆਪਣੇ ਗੁਣਾਂ ਦਾ ਮਾਣ ਵੈਦ ਜੀ ਕਦੇ ਨਹੀਂ ਕਰਨਾ। ਕਿਉਂਕਿ ਦਵਾਈ ਚੱਲ ਰਹੀ ਹੈ ਨਾ, ਜੇ ਦਵਾਈ ਚੱਲਦਿਆਂ ਵੀ ਬਿਮਾਰੀ ਵਾਲੇ ਲੱਛਣ ਫੇਰ ਆ ਗਏ, ਕੰਮ ਖਰਾਬ ਹੋ ਜੂਗਾ। ਇਹ ਤਿੰਨੇ ਚੀਜ਼ਾਂ ਨੇ ਜਿਹੜੀਆਂ ਹਉਮੈ ਨੂੰ ਸਦਾ ਪਾਲਦੀਆਂ ਨੇ, ਫੀਡਿੰਗ ਕਰਦੀਆਂ ਨੇ। ਗੁਰੂ ਸਾਹਿਬ ਦੇ ਬਚਨ ਸੁਣ ਕੇ ਵੈਦ ਅੰਦਰੋਂ ਕੁਰਬਾਨ ਜਾਂਦਾ ਏ। ਲੱਖ ਕਰ ਸਭ ਹਰ ਕੀ ਵਡਿਆਈ, ਹਿਰਦੇ ਗਰੀਬੀ ਚੂਰ ਨ ਖਾਈ। ਮਰਦ ਕਹਿੰਦੇ ਹਿਰਦੇ 'ਚ ਗਰੀਬੀ ਰੱਖਣੀ ਆ, ਸਾਰਾ ਕਿਤੇ ਰੱਬ ਦੀ ਵਡਿਆਈ ਸਮਝਣੀ ਆ। ਚੰਗਾ ਮਾੜਾ ਜੋ ਹੋ ਰਿਹਾ ਸਭ ਤੇਰੀ ਰਜ਼ਾ 'ਚ, ਸਭ ਤੇਰੇ ਭਾਣੇ 'ਚ, ਸਭ ਤੇਰੀ ਖੁਸ਼ੀ 'ਚ। ਕਹਿੰਦੇ ਵੇਖ ਫਿਰ ਜੀਵਨ ਦਾ ਆਨੰਦ ਕਿਵੇਂ ਆਉਂਦਾ। ਇਹ ਰੋਗ ਮੁੜ ਜੀਵਨ ਵਿੱਚ ਨਹੀਂ ਆਉਣਾ, ਤੂੰ ਅਰੋਗ ਹੋ ਜਾਏਗਾ, ਤੈਨੂੰ ਰੋਗ ਨਹੀਂ ਲੱਗਣਾ। ਸੋ ਸਮੇਂ ਦੀ ਸਮਾਪਤੀ ਹੈ। ਗੁਰੂ ਸਾਹਿਬ ਨੇ ਰੋਗ ਦੀ ਪਛਾਣ ਕਰਾਤੀ ਹੈ, ਉਹਦੀ ਦਵਾਈ ਬੂਟੀ ਪਰਹੇਜ਼ ਦੱਸੇ ਨੇ। ਅੱਗੇ ਇੱਕ ਦੋ ਬਚਨ ਦੱਸ ਕੇ ਮਹਾਰਾਜ ਨੇ ਜਿਵੇਂ ਇਹਨੂੰ ਤਾਰ ਦੇਣਾ, ਤੇ ਫਿਰ ਅਗਲੇ ਪ੍ਰਸੰਗ ਜਿਵੇਂ ਆਉਣਗੇ ਸਤਿਗੁਰਾਂ ਦੀ ਕਿਰਪਾ ਨਾਲ ਕੱਲ ਦੇ ਦੀਵਾਨਾਂ 'ਚ ਆਨੰਦ ਬਾਣਾਂਗੇ। ਵਾਹਿਗੁਰੂ।